ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਚਾਰਟਰਡ ਅਕਾਊਂਟੈਂਟ ਸਰਬਜੀਤ ਸਿੰਘ ਕਾਲਰਾ। ਵੈਲਕਮ ਟੂ ਸ਼ੋ NRI ਵਰਡ। ਕਾਲਰਾ ਸਾਹਿਬ, ਸੋ ਹਮੇਸ਼ਾ ਸਾਡੇ ਦਰਸ਼ਕ ਸਾਨੂੰ ਇਹ ਪੁੱਛਦੇ ਰਹਿੰਦੇ ਨੇ ਕਿ ਜੋ NRI ਆਪਣੀ ਪੈਸੇ ਨੂੰ ਜੋ ਭਾਰਤ ਦੇ ਵਿੱਚ ਹੈ ਉਸ ਨੂੰ ਬਾਹਰ ਕਿਵੇਂ ਲੈ ਕੇ ਜਾਣ, ਜਿੱਥੇ ਉਹ ਬਾਹਰ ਸੈਟਲਡ ਨੇ, ਕਿਉਂਕਿ ਉਹਨਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਨੇ। ਸਟੂਡੈਂਟਸ ਦਾ ਪੈਸਾ ਹੈ, ਮਾਂ-ਬਾਪ ਨੇ ਆਪਣੇ ਬੱਚਿਆਂ ਨੂੰ ਉੱਥੇ ਪੈਸਾ ਭੇਜਣਾ ਹੈ, ਰਿਸ਼ਤੇਦਾਰ ਨੇ ਗਿਫਟ ਭੇਜਣੀ ਹੈ, ਜਾਂ ਹੋਰ ਵੀ ਕਈ ਤਰੀਕਾਂ ਨਾਲ ਜਦੋਂ ਮਨੀ ਨੂੰ ਆਪਾਂ ਬਾਹਰ ਲੈ ਕੇ ਜਾਂਦੇ ਹਾਂ, ਜਦੋਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਸੋ ਉਹ ਪੈਸਾ ਸੇਫਲੀ ਲੀਗਲੀ ਕਿਵੇਂ ਬਾਹਰ ਲੈ ਕੇ ਜਾਈਏ, ਇਲੀਗਲ ਵੇ ਨਾਲ ਨਹੀਂ, ਪ੍ਰੋਪਰ ਟੈਕਸਿਸ ਦੇ ਕੇ ਕਿਸ ਤਰ੍ਹਾਂ ਬਾਹਰ ਲੈ ਕੇ ਜਾਣਾ ਹੈ, ਇਹ ਹਮੇਸ਼ਾ ਸਿਰਦਰਦੀ ਵੀ ਬਣਿਆ ਰਹਿੰਦਾ ਹੈ, ਕੁਐਸਚਨ ਵੀ ਰਹਿੰਦਾ ਹੈ, ਕਿਉਂਕਿ ਸਾਨੂੰ ਡਿਟੇਲਸ ਨਹੀਂ ਪਤਾ। ਅੱਜ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਅਸੀਂ ਸੋਲਵ ਕਰਨ ਜਾ ਰਹੇ ਹਾਂ। ਕਾਲਰਾ ਸਾਹਿਬ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦੇਣਗੇ। ਸੋ ਕਾਲਰਾ ਸਾਹਿਬ, ਆਪਾਂ ਸ਼ੁਰੂਆਤ ਇੱਦਾਂ ਕਰਦੇ ਹਾਂ ਕਿ ਜਦੋਂ ਪੈਸਾ ਬਾਹਰ ਲੈ ਕੇ ਜਾਣਾ ਹੈ NRIs ਨੇ, ਪਹਿਲਾਂ ਤਾਂ ਇਹ ਦੱਸੋ ਕਿ ਕਿਹੜੇ ਮੋਡਸ ਨੇ, ਕਿੰਨੇ ਤਰ੍ਹਾਂ ਦੇ ਲੋਕ ਨੇ, ਉਹ ਕਿਸ ਤਰ੍ਹਾਂ ਦੀ ਕੈਟਾਗਰੀ ਬਣਦੀ ਹੈ ਜੋ ਇਹ ਪੈਸਾ ਬਾਹਰ ਜਾਂਦਾ। ਜਿਵੇਂ ਮੈਂ ਕਿਹਾ ਸਟੂਡੈਂਟਸ ਨੇ, ਜਾਂ ਮਾਂ-ਬਾਪ ਨੇ ਆਪਣਾ ਪੈਸਾ ਭੇਜਣਾ, ਜਾਂ ਰਿਸ਼ਤੇਦਾਰੀ ਹੈ। ਸੋ ਸੰਜੀਵ ਜੀ, ਬੜਾ ਇੰਪੋਰਟੈਂਟ ਤੁਸੀਂ ਸਬਜੈਕਟ ਅੱਜ ਵਾਸਤੇ ਚੁਣਿਆ। ਇਹਨੂੰ ਮੈਂ ਜਿਹੜੀ ਟੋਟਲ ਅਮਾਊਂਟ ਜਿਸ ਤਰ੍ਹਾਂ ਬਾਹਰ ਜਾਂਦੀ ਹੈ ਉਹਨੂੰ ਮੈਂ 3 ਪਾਰਟਸ ਦੇ ਵਿੱਚ ਡਿਵਾਈਡ ਕਰਾਂਗਾ ਜੀ। ਪਹਿਲਾ ਪਾਰਟ ਤੇ ਉਹ ਹੋ ਜਾਂਦਾ ਹੈ ਕਿ ਜਿਹੜੇ ਰੈਜ਼ੀਡੈਂਟਸ ਨੇ ਸਾਡੇ, ਉਹਨਾਂ ਨੇ ਸਪੋਜ਼ ਪੈਸਾ ਬਾਹਰ ਭੇਜਣਾ। ਹਾਂਜੀ। ਫਰਜ਼ ਕਰ ਲਓ ਕੋਈ ਬੱਚਿਆਂ ਦੀ ਐਜੂਕੇਸ਼ਨ ਵਾਸਤੇ ਭੇਜਣਾ, ਜਾਂ ਉਹਨਾਂ ਨੇ ਕੋਈ ਮੈਡੀਕਲ ਟਰੀਟਮੈਂਟ ਵਾਸਤੇ ਭੇਜਣਾ, ਜਾਂ ਉਹਨਾਂ ਨੇ ਆਪਣੇ ਬੱਚਿਆਂ ਦੀ ਲਿਵਿੰਗ ਵਾਸਤੇ, ਖਰਚੇ ਵਾਸਤੇ ਭੇਜਣਾ, ਜਾਂ ਕਈ ਮੁੱਦੇ ਹੈਗੇ ਨੇ ਜਿਹਦੇ ਵਾਸਤੇ ਉਹਨਾਂ ਨੇ ਪੈਸਾ ਭੇਜਣਾ। ਇੱਕ ਇਸ਼ੂ ਤੇ ਉਹ ਹੈ। ਦੂਸਰਾ ਜਿਹੜਾ ਪਾਰਟ ਜਿਹੜਾ ਅਸੀਂ ਡਿਸਕਸ ਕਰਾਂਗੇ ਅੱਜ, ਉਹ ਹੈ ਕਿ ਜਿਹੜੇ ਸਾਡੇ NRI ਭਰਾ ਨੇ ਉਹਨਾਂ ਦੇ ਇੱਥੇ ਬੈਂਕ ਅਕਾਊਂਟ ਨੇ। ਹਾਂਜੀ। ਕੋਈ NRE ਅਕਾਊਂਟ ਹੈ, ਕੋਈ NRO ਅਕਾਊਂਟ ਹੈ, ਨਾਰਮਲ ਅਕਾਊਂਟ ਹੈ, ਸੇਵਿੰਗ ਬੈਂਕ ਅਕਾਊਂਟ ਹੈ, FDRs ਨੇ। ਉੱਥੋਂ ਪੈਸਾ ਕਿਸ ਤਰ੍ਹਾਂ ਜਾਣਾ ਜੀ। ਤੇ ਜਿਹੜਾ ਤੀਸਰਾ ਇਸ਼ੂ ਹੈ ਸਾਡਾ, ਤੀਸਰਾ ਇਸ਼ੂ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ, ਜਿਹਦੇ ਤੇ ਅੱਜ ਮੈਂ ਕਾਫੀ ਜ਼ਿਆਦਾ ਤੁਹਾਨੂੰ ਐਕਸਪਲੇਨ ਕਰਨਾ ਚਾਹਾਂਗਾ, ਉਹ ਹੈ ਕਿ ਸਾਡੇ NRI ਭਰਾਵਾਂ ਦੀਆਂ ਇੱਥੇ ਪ੍ਰੋਪਰਟੀਜ਼। ਹਾਂਜੀ। ਪ੍ਰੋਪਰਟੀਜ਼ ਜਿਸਲੇ ਵਿਕਦੀਆਂ ਨੇ ਉਹਦੇ ਤੇ ਕੀ ਟੈਕਸੇਬਿਲਿਟੀ ਹੁੰਦੀ ਹੈ, ਕਿਸ ਤਰ੍ਹਾਂ ਅਮਾਊਂਟ ਬਾਹਰ ਜਾਣੀ ਹੈ, ਇਹਨੂੰ ਮੈਂ ਅੱਜ 3 ਪਾਰਟਸ ਦੇ ਵਿੱਚ ਡਿਵਾਈਡ ਕਰਕੇ ਤੁਹਾਨੂੰ ਦੱਸਣਾ ਚਾਹਾਂਗਾ। ਜੀ। ਹੁਣ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਤੁਹਾਨੂੰ ਕਿ ਪਹਿਲਾ ਪਾਰਟ ਹੈ ਸੰਜੀਵ ਜੀ, 1 ਜੁਲਾਈ 2023 ਜਿਹੜੀ ਆ ਰਹੀ ਹੈ, ਇਹਦੇ ਤੋਂ ਗਵਰਨਮੈਂਟ ਨੇ ਕਾਫੀ ਚੇਂਜਸ ਲਿਆਂਦੀਆਂ ਨੇ। ਚੇਂਜਸ ਕੀ ਲਿਆਂਦੀਆਂ ਨੇ ਕਿ ਅਸੀਂ ਹੁਣ ਜੇ ਫਰਜ਼ ਕਰ ਲਓ ਕੋਈ ਅਮਾਊਂਟ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੋਨ ਲੈ ਕੇ ਫॉर ਐਜੂਕੇਸ਼ਨ ਜਾਂ ਮੈਡੀਕਲ ਟਰੀਟਮੈਂਟ ਵਾਸਤੇ ਬਾਹਰ ਭੇਜਣੀ ਹੈ, ਤੇ ਉਹਦੀ ਸਾਨੂੰ 7 ਲੱਖ ਦੀ ਐਗਜ਼ੰਪਸ਼ਨ ਮਿਲੇਗੀ। ਜੀ। ਉਸ ਤੋਂ ਉੱਤੇ ਜਿਹੜਾ ਸਾਡਾ TCS ਨੂੰ ਮੈਂ ਐਕਸਪਲੇਨ ਕਰਨਾ ਚਾਹਾਂਗਾ, ਟੈਕਸ ਕਲੈਕਟਡ ਐਟ ਸੋਰਸ। ਜੀ। ਉਹ 0.5% ਉਹਨਾਂ ਨੇ ਕੱਟ ਕੇ, ਉਹਨਾਂ ਨੇ ਬੈਂਕ ਨੇ ਕੱਟ ਕੇ ਪੇਮੈਂਟ ਭੇਜਣੀ ਬਿਯੋਂਡ 7 ਲੱਖ। ਪਰ ਜੇ ਤੁਸੀਂ ਕਿਸੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਲੋਨ ਨਹੀਂ ਲਿਆ ਤੇ ਅਮਾਊਂਟ ਭੇਜਦੀ ਐਜੂਕੇਸ਼ਨ ਜਾਂ ਮੈਡੀਕਲ ਟਰੀਟਮੈਂਟ ਵਾਸਤੇ ਹੈ, ਤੇ ਫਿਰ ਉਹਦੀ ਜਿਹੜੀ ਪਰਸੈਂਟੇਜ ਹੈ 0.5% ਆ ਜਾਏਗੀ, ਸੌਰੀ 5% ਆ ਜਾਏਗੀ। ਜੀ। ਤੇ ਜੇ ਤੁਸੀਂ ਅਮਾਊਂਟ ਕਿਸੇ ਹੋਰ ਪਰਪਸ ਵਾਸਤੇ ਜਾਣੀ ਹੈ, ਤੁਹਾਡੀ ਸਪੋਜ਼ ਤੁਸੀਂ ਬਾਹਰ ਅਬਰੋਡ ਜਾਣਾ ਹੈ, ਟੂਰ ਹੈ, ਟਿਕਟਾਂ ਹੈ, ਤੁਸੀਂ ਕਿਸੇ ਏਜੰਟ ਨੂੰ ਪੈਸੇ ਦੇਣੇ ਨੇ, ਜਾਂ ਕਿਸੇ ਤੁਸੀਂ ਆਪਣੇ ਬੱਚਿਆਂ ਨੂੰ ਪੈਸੇ ਉੱਥੇ ਭੇਜਣੇ ਨੇ, ਉਹਨਾਂ ਦੀ ਲਿਵਿੰਗ ਵਾਸਤੇ ਭੇਜਣੇ ਨੇ, ਜਾਂ ਉੱਥੇ ਕੋਈ ਤੁਸੀਂ ਪ੍ਰਾਪਰਟੀ ਲੈਣੀ ਹੈ, ਜਾਂ ਤੁਸੀਂ ਉੱਥੇ ਕੋਈ ਸ਼ੇਅਰ ਵਟਐਵਰ, ਮਤਲਬ ਕਿਸੇ ਪਰਪਸ ਵਾਸਤੇ ਪੈਸੇ ਭੇਜਣੇ ਨੇ, ਤੇ ਉਹਦਾ ਤੁਹਾਨੂੰ ਜਿਹੜਾ TCS ਹੈ ਉਹ 20% ਕਰ ਦਿੱਤਾ। ਦਿਸ ਅ ਵੈਰੀ ਇੰਪੋਰਟੈਂਟ ਚੇਂਜ ਜਿਹੜੀ 1 ਜੁਲਾਈ 2023 ਤੋਂ ਐਪਲੀਕੇਬਲ ਹੈ। ਓਕੇ ਜੀ। ਦਿਸ ਇਜ਼ ਦਾ TCS ਪ੍ਰੋਸੀਡਿੰਗ ਜਿਹੜਾ ਮੈਂ ਤੁਹਾਨੂੰ ਪਹਿਲਾ ਚੈਪਟਰ ਕਿਹਾ, ਉਹਦੇ ਵਾਸਤੇ ਇਹ ਐਪਲੀਕੇਬਲ ਹੈ। ਰਾਈਟ। ਹੁਣ ਅਸੀਂ ਆ ਜਾਂਦੇ ਹਾਂ ਦੂਸਰਾ ਚੈਪਟਰ, ਕਿਉਂਕਿ ਤੁਸੀਂ ਕਿਹਾ 1 ਜੁਲਾਈ ਤੋਂ ਹੈ। ਹਾਂਜੀ। ਪਰ ਹੁਣ ਹਜੇ ਅਪ੍ਰੈਲ ਚੱਲ ਰਿਹਾ ਹੈ। ਹਾਂਜੀ। ਮਈ ਪੂਰਾ ਪਿਆ ਹੈ। ਹਾਂਜੀ। ਤੇ ਇਹਨਾਂ ਦਿਨਾਂ ਦੇ ਵਿੱਚ ਜੇ ਕਿਸੇ ਨੇ ਟ੍ਰਾਂਜੈਕਸ਼ਨਸ ਕਰਨੀਆਂ ਹੋਣ, ਹਾਂ, ਜੇ ਤੁਸੀਂ 30 ਜੂਨ ਤੱਕ ਕੋਈ ਟ੍ਰਾਂਜੈਕਸ਼ਨ ਕਰਨੀ ਹੈ ਤੇ ਤੁਹਾਨੂੰ 7 ਲੱਖ ਦੀ ਐਗਜ਼ੰਪਸ਼ਨ ਮਿਲ ਜਾਏਗੀ। ਉਸ ਤੋਂ ਬਾਅਦ ਜਿਹੜੀ ਅਮਾਊਂਟ ਹੈ, ਜਿਸ ਤੱਕ ਮੈਡੀਕਲ ਔਰ ਐਜੂਕੇਸ਼ਨ ਲੋਨ ਦੀ, ਉਹਦੀ ਤੇ ਪਰਸੈਂਟੇਜ 0.5 ਰਹੇਗੀ, ਅਦਰਵਾਈਜ਼ 5% ਲੱਗ। ਓਕੇ।
ਠੀਕ ਹੈ। ਉਹ ਜਿਹੜੀ 20% ਵਾਲੀ ਜਿਹੜੀ ਇਹਨਾਂ ਨੇ ਕੀਤੀ ਹੈ ਉਹ ਐਪਲੀਕੇਬਲ ਹੋਏਗੀ 1 ਜੁਲਾਈ 2023 ਤੋਂ। ਸ਼ੋਰ। ਠੀਕ ਹੈ ਨਾ ਜੀ। ਜੀ ਅੱਛਾ, ਹੁਣ ਅਸੀਂ ਚੱਲਨੇ ਆ ਦੂਸਰੇ ਚੈਪਟਰ ਤੇ। ਜੀ ਹੁਣ ਸਾਡੇ ਕਈ ਭਰਾ ਨੇ NRI ਜਿਹੜੇ ਪਹਿਲੇ ਹੁਣ ਫਰਜ਼ ਕਰ ਲਓ ਰੀਸੈਂਟਲੀ ਗਏ ਨੇ 2-4 ਸਾਲ, ਬਟ ਉਹਨਾਂ ਦੀ ਲਿਵਿੰਗ ਇੰਡੀਆ ਦੇ ਵਿੱਚ, ਕਿਉਂਕਿ ਦੇ ਆਰ ਨਾਨ ਰੈਜ਼ੀਡੈਂਟ ਇੰਡੀਅਨਸ, ਉਹ ਉੱਥੇ ਬਾਹਰ ਚਲੇ ਗਏ 15-20 ਸਾਲ 20-25 ਸਾਲ ਦੇ, ਉਹਨਾਂ ਦੇ ਇੱਥੇ ਬੈਂਕ ਅਕਾਊਂਟ ਖੁੱਲ੍ਹੇ ਹੋਏ। ਹਾਂਜੀ। ਕਿਸੇ ਦਾ NRE ਅਕਾਊਂਟ ਹੈ, NRE ਅਕਾਊਂਟ, ਕਿਸੇ ਦਾ NRO ਅਕਾਊਂਟ ਹੈ, ਕਿਸੇ ਦਾ ਕੋਈ ਸੇਵਿੰਗ ਬੈਂਕ ਅਕਾਊਂਟ ਨੇ, ਕਿਸੇ ਨੇ FDRs ਰੱਖੀਆਂ ਹੋਈਆਂ ਨੇ। ਉਹ ਅਮਾਊਂਟ ਨੂੰ ਜੇ ਉਹ ਫਰਜ਼ ਕਰ ਲਓ ਆਪਣੇ ਆਪ ਉੱਥੇ ਟ੍ਰਾਂਸਫਰ ਕਰਨਾ ਚਾਹੁੰਦੇ ਨੇ, ਜਿੱਥੇ ਤੱਕ ਤੇ NRE ਅਕਾਊਂਟ ਤੱਕ ਹੈ, NRE ਅਕਾਊਂਟ ਤੋਂ ਜੇ ਅਮਾਊਂਟ ਟ੍ਰਾਂਸਫਰ ਹੋਣੀ ਹੈ ਉਹਨਾਂ ਦੇ ਆਪਣੇ ਅਕਾਊਂਟ ਦੇ ਵਿੱਚ ਉੱਥੇ, ਫਿਰ ਉਹਦੇ ਤੇ ਕੋਈ TDS ਜਾਂ TCS ਨਹੀਂ। ਬਟ ਇਹਦੇ ਤੋਂ ਇਲਾਵਾ ਜੇ ਮੈਂ ਫਰਜ਼ ਕਰ ਲਓ ਸੇਵਿੰਗ ਬੈਂਕ ਅਕਾਊਂਟ ਜਾਂ ਮੈਂ ਫਰਜ਼ ਕਰ ਲਓ FDR ਇਨ ਕੈਸ਼ ਕਰਕੇ ਜਾਂ ਉਹਨਾਂ ਨੂੰ ਮੈਂ ਟ੍ਰਾਂਸਫਰ ਕਰਨਾ ਤੇ ਉਹਦੇ ਤੇ ਲਿਮਿਟ ਫਿਰ ਉਹ TCS ਦੀ 20% ਆ ਜਾਂਦੀ। ਠੀਕ ਹੈ ਨਾ ਜੀ। ਜੀ ਐਗਜ਼ੈਕਟਲੀ। ਉਹ TCS ਉਹਨਾਂ ਨੇ ਕੱਟਣਾ ਹੀ ਕੱਟਣਾ ਹੈ। ਉਹਦੀ ਵਾਪਸੀ ਕਿਸ ਤਰ੍ਹਾਂ ਹੋਣੀ ਹੈ ਉਹ ਮੈਂ ਤੁਹਾਨੂੰ ਅਗਲੇ ਚੈਪਟਰ ਦੇ ਵਿੱਚ ਜਾ ਕੇ ਦੱਸਾਂਗਾ। ਹੁਣ ਤੀਸਰਾ ਚੈਪਟਰ ਆ ਜਾਂਦਾ ਜੀ। ਤੀਸਰੇ ਸਰਕਮਸਟੈਂਸਿਸ ਉਹ ਆ ਜਾਂਦੇ ਨੇ ਜਿੱਥੇ ਸਾਡੇ NRI ਭਰਾਵਾਂ ਦੇ ਗਏ ਪੁਰਾਣੇ ਹੋਏ ਨੇ, ਉਹਨਾਂ ਦੀ ਇੱਥੇ ਪ੍ਰਾਪਰਟੀਆਂ ਨੇ। ਕਿਸੇ ਦਾ ਕੋਈ ਰੈਜ਼ੀਡੈਂਸ਼ੀਅਲ ਹਾਊਸ ਹੈ, ਕਿਸੇ ਦੀ ਕੋਈ ਇੱਥੇ ਕਮਰਸ਼ੀਅਲ ਪ੍ਰਾਪਰਟੀ ਹੈ, ਕੋਈ ਦੁਕਾਨ ਹੈ, ਕੋਈ ਐਗਰੀਕਲਚਰ ਲੈਂਡ ਹੈ, ਜਾਂ ਉਹਦੀ ਇਨਵੈਸਟਮੈਂਟ ਹੋਈ ਹੋਈ ਹੈ ਐਗਜ਼ੈਕਟਲੀ ਸਟਾਕਸ ਦੇ ਵਿੱਚ, ਮਿਊਚੁਅਲ ਫੰਡ ਦੇ ਵਿੱਚ ਜਾਂ ਸ਼ੇਅਰਸ ਦੇ ਵਿੱਚ। ਬੈਂਕ ਦੀ FDs ਅਸੀਂ ਲੈ ਸਕਦੇ ਹਾਂ? ਨਹੀਂ, ਬੈਂਕ ਦੀਆਂ ਜਿਹੜੀਆਂ FDs ਹੈਗੀਆਂ ਨੇ ਉਹ ਤੇ ਆ ਗਈ ਨਾ ਬੈਂਕ ਅਕਾਊਂਟ ਦੇ ਨਾਲ ਹੀ, ਤੁਹਾਨੂੰ ਐਕਸਪਲੇਨ ਕਰ ਦਿੱਤਾ ਨਾ। ਠੀਕ ਹੈ ਨਾ ਉਹਨਾਂ ਦਾ, ਠੀਕ ਹੈ ਨਾ। ਅੱਛਾ, ਹੁਣ ਉਹ ਕੀ ਕਰਦੇ ਨੇ ਕਿ ਇੱਥੇ ਫਰਜ਼ ਕਰ ਲਓ ਪ੍ਰਾਪਰਟੀ ਵਿਕਣੀ, ਠੀਕ ਹੈ, ਪ੍ਰਾਪਰਟੀ ਜਿਹੜੀ ਵਿਕਣੀ ਹੈ ਉਹਦੀ ਅਮਾਊਂਟ ਆਣੀ। ਹੁਣ ਇਹਦੀਆਂ ਕਾਫੀ, ਇਹ ਮੈਂ ਚਾਹਾਂਗਾ ਬੜੀ ਐਕਸਪਲੇਨ ਕਰਨਾ ਚਾਹਾਂਗਾ ਇਸ ਸਾਰੇ ਇਸ਼ੂ ਨੂੰ। ਜੀ ਸ਼ੋਰ। ਕਿ ਜਿਸ ਲਈ ਤੁਸੀਂ ਪ੍ਰਾਪਰਟੀ ਵੇਚਣੀ ਹੈ, ਇੱਕ NRE ਨੇ ਆਪਣੀ ਪ੍ਰਾਪਰਟੀ ਇੱਥੇ ਵੇਚਣੀ ਹੈ, ਕਿਸੇ ਟਾਈਪ ਦੀ ਪ੍ਰਾਪਰਟੀ, ਉਹਦੇ ਤੇ ਪਹਿਲੀ ਗੱਲ ਤੇ 20% TDS ਹੋਣਾ। 20% TDS ਹੋਣਾ, ਉਹ ਹੋਣਾ ਹੀ ਹੋਣਾ ਕਿਉਂਕਿ NRI ਜਿਹੜਾ ਸੈਲਰ ਹੈ, ਪਰਚੇਜ਼ਰ ਨੇ ਕੱਟਣਾ ਹੀ ਕੱਟਣਾ ਹੈ। ਤਹਿਸੀਲਦਾਰ ਨੇ ਉਨੀ ਦੇਰ ਰਜਿਸਟਰੀ ਨਹੀਂ ਕਰਨੀ ਜਿੰਨੀ ਦੇਰ ਤੱਕ ਉਹ TDS ਨਹੀਂ ਹੋਣਾ। ਔਰ ਉਹਦੀ ਅਮਾਊਂਟ ਹੈ 20%। ਹੁਣ ਦੇਖੋ ਨਾ, ਤੁਸੀਂ ਫਰਜ਼ ਕਰ ਲਓ 2-3 ਕਰੋੜ ਦੀ ਪ੍ਰਾਪਰਟੀ ਵੇਚਦੇ ਹੋ ਤੇ ਉਹਦੇ ਵਿੱਚੋਂ 20% ਤੁਹਾਡਾ ਟੈਕਸ ਚਲਾ ਜਾਂਦਾ ਹੈ, ਕੀ ਕਹਿੰਦੇ ਨੇ ਤਕਰੀਬਨ 60 ਲੱਖ ਰੁਪਇਆ, ਤੇ ਇਹ ਕਾਫੀ ਜ਼ਿਆਦਾ ਹੈਵੀ ਅਮਾਊਂਟ ਹੈ ਜੀ। ਠੀਕ ਹੈ, ਬਟ ਉਹ TDS ਹੋਣਾ ਹੀ ਹੋਣਾ। ਹੁਣ ਇਹਦੇ ਵਾਸਤੇ ਅਸੀਂ ਕੀ ਕਰਾਂਗੇ ਕਿ ਤੁਸੀਂ ਹੁਣ ਕਹੋਗੇ ਜੀ ਇਹ ਜਿਹੜਾ TDS ਹੋਇਆ ਹੈ ਇਹਦੀ ਵਾਪਸੀ ਕਿਸ ਤਰ੍ਹਾਂ ਪੈਣੀ ਹੈ? ਇਹਦੀ ਵਾਪਸੀ ਇਸ ਤਰ੍ਹਾਂ ਪਏਗੀ ਕਿ ਤੁਸੀਂ ਉਹਦੀ ਰਿਟਰਨ ਫਾਈਲ ਕਰੋਗੇ, ਉਹਦੇ 'ਚ ਤੁਸੀਂ ਰਿਫੰਡ ਕਲੇਮ ਕਰੋਗੇ ਔਰ ਉਹਦੀ ਤੁਹਾਨੂੰ ਉਹਦੇ ਨਾਲ ਵਾਪਸੀ ਪਏਗੀ। ਜੀ। ਹੁਣ ਇਸ਼ੂ ਆ ਗਿਆ ਕਿ ਇਹ 20% ਜਿਹੜਾ TDS ਹੈ, ਇਹ ਮੇਰੀ ਜਿਹੜੀ ਟੈਕਸੇਬਿਲਿਟੀ 20% ਹੀ ਹੈ। ਉਹਦੇ 'ਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੀਆਂ ਪ੍ਰਾਪਰਟੀਜ਼ ਪੁਰਾਣੀਆਂ ਨੇ, ਫਰਜ਼ ਕਰ ਲਓ ਕੋਈ 1970 ਦੀ ਲਈ ਹੈ, ਕੋਈ 80 ਦੀ ਲਈ ਹੈ, ਕੋਈ 90 ਦੀ ਲਈ ਹੈ, ਉਹਦੇ ਵਾਸਤੇ ਜਿੰਨੀ ਉਹਦੀ ਐਪਰੀਸੀਏਸ਼ਨ 2001 ਤੱਕ ਹੋ ਗਈ ਜੀ, that is free of tax, that is free of tax। ਉਹਦੀ ਅਸੀਂ ਤੁਸੀਂ ਕੀ ਕਰੋਗੇ ਕਿ ਜਿਹੜੀ ਉਹਦੀ ਵਰਕਿੰਗ ਕਰਨ ਵਾਸਤੇ, ਉਹਦੀ ਕੈਪੀਟਲ ਗੇਨ ਵਰਕਆਊਟ ਕਰਨ ਵਾਸਤੇ 1/4/2001 ਦੀ ਵੈਲਿਊ ਲਈ ਜਾਏਗੀ। 1/4/2 ਸਪੋਜ਼ ਉਹਦੀ ਪ੍ਰਾਪਰਟੀ ਤੁਸੀਂ ਲਈ ਹੈ ਲੈਟਸ ਸੇ 5 ਲੱਖ ਰੁਪਏ, ਉਹਦੀ ਵੈਲਿਊ 2001 ਨੂੰ ਤੁਸੀਂ ਉਹਦਾ ਸਰਕਲ ਰੇਟ ਲੈਂਦੇ ਹੋ, ਉਹ ਆ ਜਾਂਦੀ ਹੈ ਲੈਟਸ ਸੇ 20 ਲੱਖ ਰੁਪਏ। ਇਹਦਾ ਮਤਲਬ ਜਿਹੜੀ 15 ਲੱਖ ਦੀ ਐਪਰੀਸੀਏਸ਼ਨ ਹੈ that is free of tax। ਜੀ ਜੀ। 1/4/2001 ਦੀ ਤੁਸੀਂ ਸਪੋਜ਼ ਲਈ ਪ੍ਰਾਪਰਟੀ ਦੀ ਵੈਲਿਊ 20 ਲੱਖ ਰੁਪਇਆ, ਤੇ ਅੱਜ ਦੀ ਡੇਟ 'ਚ ਉਹਨੂੰ ਅਸੀਂ ਰਫਲੀ 3.5 ਨਾਲ ਮਲਟੀਪਲਾਈ ਕਰਾਂਗੇ, ਕਿਉਂਕਿ ਸਾਡੇ ਵੇਰੀਅਸ ਰੇਟਸ ਆਉਂਦੇ ਨੇ, ਨੋਟੀਫਿਕੇਸ਼ਨ ਆਉਂਦੀ ਹੈ ਕਾਸਟ ਇੰਡੈਕਸ ਦੀ, ਇਹਨੂੰ ਅਸੀਂ ਕਾਸਟ ਇੰਡੈਕਸ ਕਹਿੰਦੇ ਹਾਂ। ਕਾਸਟ ਇੰਡੈਕਸ ਕਹਿੰਦੇ ਆ ਉਹਨੂੰ ਅਸੀਂ ਰਫਲੀ 3.5 ਨਾਲ
ਮਲਟੀਪਲਾਈ ਹੋਏਗਾ ਉਹ, ਤੇ ਉਹ ਤੁਸੀਂ 20 ਲੱਖ ਦੀ ਜਿਹੜੀ ਚੀਜ਼ ਹੈ ਉਹ ਬਣ ਜਾਏਗੀ 3.5 ਨਾਲ ਕਰਕੇ ਸਮਝੋ ਤੁਸੀਂ 60 ਲੱਖ ਪਲੱਸ ਸਮਥਿੰਗ ਜੋ ਵੀ ਬਣ ਜਾਏਗੀ। ਜਿੰਨੀ ਤੁਸੀਂ ਸੇਲ ਅਮਾਊਂਟ ਤੁਹਾਡੀ ਹੋਏਗੀ ਉਹਦੇ ਵਿੱਚੋਂ ਉਹ ਅਮਾਊਂਟ ਲੈਸ ਹੋ ਜਾਏਗੀ ਤੇ ਬੈਲੈਂਸ ਤੇ 20% ਟੈਕਸ ਲੱਗ ਜਾਏਗਾ। ਓਕੇ, ਠੀਕ ਹੈ ਜੀ ਜੀ ਜੀ। ਅੱਛਾ, ਹੁਣ ਜਿਹੜੀ ਗੱਲ ਇਹ ਹੈ ਕਿ ਜਿਹੜਾ TDS ਹੋਣਾ ਹੈ, ਜਿਹੜਾ TDS ਹੋਣਾ ਹੈ ਉਹ ਟੋਟਲ ਕੰਸੀਡਰੇਸ਼ਨ ਤੇ ਹੋਣਾ 20%। ਫਰਜ਼ ਕਰ ਲਓ ਮੈਂ 2 ਕਰੋੜ ਦੀ ਚੀਜ਼ ਵੇਚਣਾ ਵਾ, 2 ਕਰੋੜ ਦੀ ਚੀਜ਼ ਵੇਚ ਕੇ ਮੇਰਾ ਉਹਦੇ ਚੋਂ 40 ਲੱਖ ਰੁਪਏ ਚਲਾ ਗਿਆ। ਹਾਂਜੀ, 40 ਲੱਖ ਰੁਪਏ ਚਲਾ ਗਿਆ। ਇਹ ਤੇ ਜਿਹੜੀ ਤੁਹਾਨੂੰ ਮੈਂ ਦੱਸੀ ਹੈ ਇੰਡੈਕਸੇਸ਼ਨ ਵਾਲੀ, ਇਹ ਤੇ ਵਰਕਿੰਗ ਹੈ ਕਿ ਮੈਂ ਆਪਣਾ ਕੈਪੀਟਲ ਗੇਨ ਕਿਸ ਤਰ੍ਹਾਂ ਵਰਕਆਊਟ ਕਰਨਾ। ਉਹਦੇ ਮੁਤਾਬਕ ਜੋ ਟੈਕਸ ਬਣੇਗਾ, ਹਾਂਜੀ, ਉਹਦੀ ਰਿਟਰਨ ਫਾਈਲ ਹੋਏਗੀ ਤੇ ਜੋ TDS ਹੋਏਗਾ ਉਹ ਤੁਹਾਨੂੰ ਬੈਲੈਂਸ ਰਿਫੰਡ ਆਏਗਾ। ਸ਼ੋਰ, ਠੀਕ ਹੈ ਨਾ ਜੀ, ਬਿਲਕੁਲ ਆ ਜਾਏਗਾ। ਅੱਛਾ, ਹੁਣ ਦੇਖੋ ਮੇਰੇ ਜਿਹੜੇ NRE ਭਰਾ ਨੇ ਉਹ ਸੋਚਦੇ ਹੋਣਗੇ ਕਿ ਜੀ 20% ਜਿਹੜੀ ਅਮਾਊਂਟ ਹੈ ਉਹ ਬਹੁਤ ਜ਼ਿਆਦਾ, ਬਟ ਨੈਚੁਰਲ ਕਾਫੀ ਜ਼ਿਆਦਾ ਹੈ, ਬਟ ਨੈਚੁਰਲ 1/5 ਆਫ ਦਾ ਵਿੱਚੋਂ ਚਲਾ ਗਿਆ, ਪੰਜਵਾਂ ਠੀਕ ਹਿੱਸਾ ਹੈ ਗਿਆ। ਨਾ। ਅੱਛਾ, ਹੁਣ ਉਹਦਾ ਕੀ ਤਰੀਕਾ ਹੈਗਾ ਕਿ ਉਹਦੇ ਵਾਸਤੇ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਪ੍ਰੋਵਾਈਡਡ ਹੈ ਕਿ ਤੁਸੀਂ ਮੂਵ ਕਰ ਸਕਦੇ ਹੋ ਇੰਟਰਨੈਸ਼ਨਲ ਟੈਕਸੇਸ਼ਨ। ਇੰਟਰਨੈਸ਼ਨਲ ਟੈਕਸੇਸ਼ਨ ਨੂੰ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੋ ਕਿ ਅਸੀਂ ਮੇਰੀ ਜਿਹੜੀ ਟੈਕਸੇਬਿਲਿਟੀ ਹੈ ਉਹ 20% ਨਹੀਂ ਬਣਦੀ, ਉਹਨਾਂ ਨੂੰ ਤੁਸੀਂ ਵਰਕਿੰਗ ਕਰਕੇ ਦਿੰਦੇ ਹੋ। ਜਿਸ ਤਰ੍ਹਾਂ ਮੈਂ ਤੁਹਾਨੂੰ ਸਮਝਾਇਆ ਕਿ ਇੰਨੇ ਦੀ ਮੈਂ ਪ੍ਰਾਪਰਟੀ ਵੇਚ ਰਿਹਾ ਵਾਂ, ਇਹਦੀ ਇੰਨੀ ਇੰਡੈਕਸੇਸ਼ਨ ਕਾਸਟ ਬਣਦੀ ਹੈ, ਉਹਦੇ ਨਾਲ ਤੁਹਾਨੂੰ ਉਹਦੇ ਐਵੀਡੈਂਸ ਲਗਾਉਣਾ ਪੈਂਦਾ ਹੈ ਕਿ ਇਹਦੀ 1/4/2001 ਦੀ ਵੈਲਿਊ ਇਹ ਸੀ, ਇਹ ਅਮਾਊਂਟ, ਇਹ ਮੇਰਾ ਐਗਰੀਮੈਂਟ ਹੈ ਇਸ ਪਾਰਟੀ ਨਾਲ, ਇਹ ਇਹਦਾ ਪੈਨ ਨੰਬਰ ਹੈ, ਇਹਨੂੰ ਮੈਂ ਵੇਚ ਰਿਹਾ ਵਾਂ ਤੇ ਤੁਸੀਂ ਮੇਰੇ ਅਕੋਰਡਿੰਗ ਟੂ ਦਿਸ ਕੈਲਕੂਲੇਸ਼ਨ ਮੇਰੀ ਜਿਹੜੀ ਟੈਕਸੇਬਿਲਿਟੀ ਬਣਦੀ ਹੈ 5% ਬਣਦੀ, 7% ਬਣਦੀ ਹੈ, ਜਾਂ 10% ਬਣਦੀ, ਜਾਂ 12% ਬਣਦੀ ਹੈ। ਤੁਸੀਂ ਮੈਨੂੰ ਇੱਕ ਸਰਟੀਫਿਕੇਟ ਦਿਓ ਕਿ ਇਹਨੂੰ ਤੁਸੀਂ ਜਿਹੜੀ 20% ਦੀ ਅਮਾਊਂਟ ਹੈ ਉਹਨੂੰ ਤੁਸੀਂ ਹੋਲਡ ਕਰੋ ਕਿ ਇਹਦੀ ਟੈਕਸੇਬਿਲਿਟੀ ਇੰਨੇ % ਬਣਦੀ। ਓਕੇ, ਰਾਈਟ, ਯਾ। ਅੱਛਾ, ਜਿਸਲੇ ਉਹ ਤੁਹਾਨੂੰ ਇਹ ਨਹੀਂ ਹੈ ਕਿ ਅੱਖਾਂ ਮੀਟ ਕੇ ਤੁਹਾਨੂੰ ਉਹ ਸਰਟੀਫਿਕੇਟ ਦੇ ਦੇਣਗੇ, ਦੇ ਵਿਲ ਵੈਰੀਫਾਈ ਦੀ ਆਲ ਦਾ ਫੈਕਟ। ਉਹਦੇ ਵਾਸਤੇ ਥੋੜਾ 15-20 ਦਿਨ ਦਾ ਟਾਈਮ ਵੀ ਲੱਗ ਜਾਂਦਾ ਲੱਗੇਗਾ, ਤੇ ਉਹ ਤੁਹਾਨੂੰ ਇੱਕ ਸਰਟੀਫਿਕੇਟ ਇਸ਼ੂ ਕਰ ਦੇਣਗੇ ਕਿ ਤੁਸੀਂ ਇਸ ਪ੍ਰਾਪਰਟੀ ਦੇਵੇ, ਉਹਨੂੰ ਡਾਇਰੈਕਟ ਕਰ ਦੇਣਗੇ ਪਰਚੇਜ਼ਰ ਨੂੰ ਕਿ ਤੁਸੀਂ ਇਹਦੀ ਜਿਹੜੀ ਪ੍ਰਾਪਰਟੀ ਦੀ ਜਿਹੜੀ TDS ਹੈ ਉਹ 20% ਨਹੀਂ ਕੱਟਣਾ ਤੇ ਤੁਸੀਂ ਉਹਦਾ ਪ੍ਰਾਪਰਟੀ ਦਾ ਜਿਹੜਾ ਟੈਕਸ ਹੈ ਉਹ ਤੁਸੀਂ 10% ਜਾਂ 12% ਜਾਂ 7% ਜਾਂ 8% ਜਿਹੜਾ ਵੀ ਤੁਸੀਂ ਉਹ ਕੱਟੋ। ਉਹ ਫਿਰ ਲੀਗਲ ਕੰਪਲਾਇੰਸ ਹੋਏਗੀ ਅਕੋਰਡਿੰਗ ਟੂ ਦੈਟ। ਠੀਕ ਹੈ ਨਾ ਜੀ। ਅੱਛਾ, ਉਸ ਤੋਂ ਬਾਅਦ ਅਸੀਂ ਕੀ ਕਰਾਂਗੇ ਕਿ ਉਸ ਨੂੰ ਅਸੀਂ ਉਹਦੀ ਰਜਿਸਟਰੀ ਹੋ ਜਾਏਗੀ। ਹੁਣ ਆਫਟਰ ਦੈਟ ਉਹ ਜਿਹੜੀ ਅਮਾਊਂਟ ਹੈ ਉਹ ਮੇਰੇ ਬੈਂਕ ਅਕਾਊਂਟ 'ਚ ਆ ਜਾਏਗੀ। ਦੇਖ, ਮੈਂ ਜਿਸਲੇ ਵੇਚਾਂਗਾ, ਜਿਸਲੇ ਅਮਾਊਂਟ ਪ੍ਰਾਪਰਟੀ ਵਿਕੇਗੀ, ਉਹਦੀ ਅਮਾਊਂਟ ਆਏਗੀ ਮੈਨੂੰ। ਅਮਾਊਂਟ ਜਿਹੜੀ ਹੈ ਮੇਰੇ ਬੈਂਕ ਅਕਾਊਂਟ 'ਚ ਚਲੀ ਜਾਏਗੀ। ਉੱਥੋਂ ਫਿਰ ਇਹ ਵਾਲੀ ਜਿਹੜੀ ਅਮਾਊਂਟ ਹੈ ਮੈਂ ਲੀਗਲੀ ਆਪਣੇ ਅਕਾਊਂਟ ਵਿੱਚ ਬਾਹਰ ਜਿੱਥੇ ਮੈਂ ਹੈ ਵਾਂ, ਕਿਉਂਕਿ ਉਹ 'ਤੇ ਟੈਕਸ ਪੇ ਹੋ ਗਿਆ, ਬਿਲਕੁਲ ਟੈਕਸ ਪੇ ਹੋ ਗਿਆ, ਉਹ ਅਮਾਊਂਟ ਮੇਰੇ ਬਾਹਰ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜਾਏਗੀ। ਬਟ ਉਹਦੇ ਵਾਸਤੇ ਇੱਕ ਫਰਦਰ ਰਿਕੁਆਇਰਮੈਂਟ ਹੈ, ਦੈਟਸ ਅ ਵੈਰੀ ਪੈਟੀ ਰਿਕੁਆਇਰਮੈਂਟ। ਉਹਦੇ ਵਾਸਤੇ ਤੁਹਾਨੂੰ ਇੱਕ ਚਾਰਟਰਡ ਅਕਾਊਂਟੈਂਟ ਦਾ ਸਰਟੀਫਿਕੇਟ ਉਹ ਲੋਡ ਕਰੇਗਾ ਸਿਸਟਮ ਦੇ ਉੱਤੇ। ਠੀਕ ਹੈ ਜੀ। ਉਹ ਤੁਹਾਨੂੰ ਲੈਣਾ ਪਏਗਾ, ਜਿਹਨੂੰ 15 ਫਾਰਮ 15 ਦੇ ਵਿੱਚ ਹੈਗਾ, CBCA CBA ਸਮਥਿੰਗ ਲਾਈਕ ਦੈਟ। ਉਹਨੂੰ ਤੁਸੀਂ ਉਹ ਲੋਡ ਕਰੇਗਾ। ਔਨ ਦੈਟ ਬੇਸਿਸ ਉਹ ਵਾਲੀ ਜਿਹੜੀ ਅਮਾਊਂਟ ਹੈ ਤੁਹਾਡੇ ਅਕਾਊਂਟ ਵਿੱਚ ਬਾਹਰ ਚਲੀ ਜਾਏਗੀ। ਐਂਡ ਦਿਸ ਵਿਲ ਨਾਟ ਬੀ ਸਬਜੈਕਟ ਮੈਟਰ ਆਫ ਐਨੀ TDS, ਕਿਉਂਕਿ ਦੇਰ ਕਾਂਟ ਬੀ ਡਬਲ TDS ਨਾ। ਇੱਥੇ ਤੇ ਉਹਨੇ ਟੈਕਸ ਪੇ ਕਰ ਦਿੱਤਾ, ਟੈਕਸ ਪੇ ਕਰ ਦਿੱਤਾ ਤੇ ਹੁਣ ਜਿਹੜੀ ਅਮਾਊਂਟ ਹੈਗੀ ਹੈ ਉਹ ਉਹਦੀ ਟੈਕਸ ਪੇਡ ਆ ਗਈ। ਜਿਹੜਾ CA ਉਹਨੂੰ ਹੋਲਡ ਕਰੇਗਾ ਕਿ ਇਹਦੇ ਤੇ ਟੈਕਸ ਪੇ ਹੋ ਚੁੱਕਾ ਹੈ। ਟੈਕਸ ਪੇ ਹੋਣ ਨਾਲ ਇਹ ਅਮਾਊਂਟ ਬਾਹਰ ਜਾ ਸਕਦੀ ਹੈ, ਉਹਦੇ ਬੇਸਿਸ ਤੇ ਉਹ ਅਮਾਊਂਟ ਬਾਹਰ ਚਲੀ ਜਾਏ। सो जो टैक्स पे हो गया है वो गवर्नमेंट ऑफ इंडिया ने ਦਿੱਤਾ ਹੈ। ਹੁਣ ਜੋ ਬਾਹਰ ਦੀ ਗਵਰਨਮੈਂਟ ਹੈ ਉਹ ਗਵਰਨਮੈਂਟ ਟੂ ਗਵਰਨਮੈਂਟ ਆਪਸ ਦੇ ਵਿੱਚ ਉਹਨਾਂ ਦਾ ਐਗਰੀਮੈਂਟ ਹੁੰਦਾ ਹੈ ਕਿ ਡਬਲ ਟੈਕਸੇਸ਼ਨ ਨੂੰ ਟ੍ਰੀਟ ਕਰਦੇ। ਉਧਰ ਦੀ ਗਵਰਨਮੈਂਟ ਜੇ ਲੈਣਾ ਚਾਹੇ ਤਾਂ ਉਹ ਆਪ ਲਏਗੀ, ਫਿਰ ਇੱਧਰ ਦੀ ਗਵਰਨਮੈਂਟ ਨਹੀਂ ਲਏਗੀ। ਨਾਓ ਟੈਕਸ ਪੇ ਹੋ ਗਿਆ, ਸੋ ਰਿਫੰਡਿੰਗ ਹੋ ਜਾਏਗੀ, ਇਹਦੀ ਰਿਫੰਡ ਕਰੇਗਾ ਜੋ CA ਹੋਲਡ ਕਰੇਗਾ, ਫਿਰ ਉਹ ਉਸ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ। ਦੱਸ ਰਿਹਾ ਨਾ ਤੁਹਾਨੂੰ ਜੀ ਜੀ ਕਿ ਫਿਰ ਉਹਦੀ ਰਿਟਰਨ ਫਾਈਲ ਹੋਏਗੀ, ਉਹਦੀ ਰਿਟਰਨ ਫਾਈਲ ਹੋਏਗੀ, ਜੋ ਉਹਦਾ ਰਿਫੰਡ ਹੋਏਗਾ ਉਹਨੂੰ ਮਿਲ ਜਾਏਗਾ। ਹੁਣ ਤੁਸੀਂ ਗੱਲ ਕੀਤੀ ਹੈ ਡਬਲ ਟੈਕਸੇਸ਼ਨ ਟ੍ਰੀਟੀ ਦੀ।
ਜਿਹੜਾ ਨਾਨ ਰੈਜ਼ੀਡੈਂਟ ਹੈ ਉਹ ਇੱਥੋਂ ਦੇ ਪਾਰਟਿਕੂਲਰ ਆਪਣੀ ਉੱਥੇ ਰਿਟਰਨ ਦੇ ਵਿੱਚ ਦੇਗਾ, ਬਾਹਰ ਜਿਹੜੀ ਰਿਟਰਨ ਫਾਈਲ ਕਰੇਗਾ, ਜਿੰਨਾ ਉਹ ਟੈਕਸ ਇੱਥੇ ਪੇ ਕਰੇਗਾ ਜੀ, ਜਿੰਨੀ ਅਮਾਊਂਟ ਉਹ ਇੱਥੇ ਟੈਕਸ ਪੇ ਕਰੇਗਾ ਅਕੋਰਡਿੰਗ ਟੂ ਦਾ ਡਬਲ ਟੈਕਸੇਸ਼ਨ ਟ੍ਰੀਟੀ, ਉਨੀ ਅਮਾਊਂਟ ਉਹਨੂੰ ਉਹਦਾ ਉੱਥੇ ਕ੍ਰੈਡਿਟ ਮਿਲ ਜਾਏਗਾ। ਠੀਕ ਹੈ ਨਾ ਜੀ। ਸੋ ਇਸ ਕਰਕੇ ਇਹ ਜਿਹੜੀ ਅਮਾਊਂਟ ਹੈਗੀ ਹੈ, ਹੁਣ ਕੁਐਸਚਨ ਆਏਗਾ ਕਿ ਕਿਆ ਜਿੰਨੀ ਅਮਾਊਂਟ ਸੇਲ ਕੰਸੀਡਰੇਸ਼ਨ ਦੀ ਮੈਂ ਹੈ ਵੇ ਉਹਦੀ ਸਾਰੀ ਟੈਕਸੇਬਲ ਹੈ? ਬਿਲਕੁਲ ਐਗਜ਼ੈਕਟਲੀ ਇਹ ਚੀਜ਼ ਸਾਰੇ ਜਾਣਨਾ ਚਾਹੁੰਦੇ ਨੇ ਕਿ ਸਾਰੇ ਦੀ ਸਾਰੀ ਅਮਾਊਂਟ ਟੈਕਸੇਬਲ ਹੈ। ਹਾਂ, ਉਹ ਮੈਂ ਤੁਹਾਨੂੰ ਦੱਸਦਾ ਨਾ ਕਿ ਪਹਿਲੇ ਇਹਦੇ ਵਿੱਚ ਇੰਡੈਕਸੇਸ਼ਨ ਹੋਏਗੀ, ਬਿਲਕੁਲ ਇਹਦਾ ਇਹਦਾ ਰੇਟ 1/4/2001 ਦਾ ਲੱਗੇਗਾ। ਦੈਨ ਦੇਰ ਆਰ ਫਰਦਰ ਥਿੰਗਸ ਜਿਹੜੀਆਂ ਤੁਸੀਂ ਇਹਨੂੰ ਫਰਕ ਕਰ ਲਓ, ਟੈਕਸ ਨੀਚੇ ਲਿਆ ਸਕਦੇ ਹੋ। ਉਹ ਕਿਸ ਤਰ੍ਹਾਂ ਕਿ ਗਵਰਨਮੈਂਟ ਆਫ ਇੰਡੀਆ ਨੇ ਬੌਂਡਸ ਪ੍ਰਿਸਕ੍ਰਾਈਬ ਕੀਤੇ ਨੇ, 50 ਲੱਖ ਰੁਪਏ ਤੱਕ ਤੁਸੀਂ ਬੌਂਡ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਜੀ, ਓਨਲੀ ਅਪ ਟੂ 50 ਲੱਖ ਆਫ ਓਕੇ, ਠੀਕ ਹੈ। ਜਾਂ ਤੁਸੀਂ ਫਰਜ਼ ਕਰ ਲਓ ਕੋਈ ਪ੍ਰਾਪਰਟੀ ਆਪਣੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਜਾਂ ਕੋਈ ਵੀ ਐਸੈਟ ਤੁਸੀਂ ਵੇਚਿਆ ਔਰ ਉਹ ਅਮਾਊਂਟ ਤੁਸੀਂ ਇੱਕ ਰੈਜ਼ੀਡੈਂਸ਼ੀਅਲ ਹਾਊਸ ਦੇ ਵਿੱਚ ਇਨਵੈਸਟ ਕਰ ਦਿੰਦੇ ਹੋ। ਰੈਜ਼ੀਡੈਂਸ਼ੀਅਲ ਹਾਊਸ ਦੇ ਵਿੱਚ ਇਨਵੈਸਟ ਨੋ ਟੈਕਸ। ਜੇ ਫਰਜ਼ ਕਰ ਲਓ ਤੁਸੀਂ 2 ਕਰੋੜ ਦੀ ਪ੍ਰਾਪਰਟੀ ਵੇਚੀ ਹੈ, 2 ਕਰੋੜ ਦੀ ਵੇਚੀ ਹੈ, ਤੁਸੀਂ ਉਹ ਵਾਲੀ ਅਮਾਊਂਟ 2-2.5 ਕਰੋੜ ਇਨਵੈਸਟ ਕਰ ਦਿੰਦੇ ਹੋ ਤੁਸੀਂ ਰੈਜ਼ੀਡੈਂਸ਼ੀਅਲ ਹਾਊਸ ਦੇ ਵਿੱਚ, ਨੋ ਟੈਕਸ ਓਕੇ, ਠੀਕ ਹੈ ਨਾ। ਪਰ ਉਹਦੇ ਵਾਸਤੇ ਜਿਹੜਾ ਤੁਸੀਂ ਕੱਲ੍ਹ ਨੂੰ ਉੱਥੋਂ ਇੰਟਰਨੈਸ਼ਨਲ ਟੈਕਸੇਸ਼ਨ ਨੂੰ ਤੁਸੀਂ ਉਹ ਦੱਸ ਸਕਦੇ ਹੋ ਕਿ ਇਹ ਅਮਾਊਂਟ ਮੈਂ ਇਨਵੈਸਟ ਕਰ ਦੇਣੀ ਹੈ, ਹਾਂਜੀ, ਠੀਕ ਹੈ ਨਾ। ਅੱਛਾ, ਫਿਰ ਇਹਦੇ 'ਚ ਇੱਕ ਹੋਰ ਗੱਲ ਹੈ ਕਿ ਜੇ ਫਰਜ਼ ਕਰ ਲਓ ਮੈਂ, ਕਿਉਂਕਿ ਉਹਦੇ ਵਾਸਤੇ ਪੀਰੀਅਡ ਹੈ ਕਿ ਮੈਂ ਵਿਦਨ 2 ਸਾਲ ਕਰ ਸਕਣਾ ਇਨਵੈਸਟ, ਵਿਦਨ 2 ਈਅਰਸ। ਮੈਂ ਅੱਜ ਫਰਜ਼ ਕਰ ਲਓ ਪ੍ਰਾਪਰਟੀ ਵੇਚੀ ਹੈ ਤੇ ਮੈਂ ਫਰਜ਼ ਕਰ ਲਓ ਉਸ ਅਮਾਊਂਟ ਨੂੰ ਇਨਵੈਸਟ ਕਰਨਾ ਹੈ, ਬਟ ਮੈਂ ਇਹ ਨਹੀਂ ਕਿ ਇਮੀਡੀਏਟ ਹਰ ਚੀਜ਼ ਤਿਆਰ ਹੈ ਕਿ ਲਓ ਜੀ ਇਹ ਮੈਂ ਵੇਚੀ ਤੇ ਇਹ ਪ੍ਰਾਪਰਟੀ ਲੈ ਲਈ, ਆਈ ਹੈਵ ਟੂ ਸੀ ਦੀ ਮਾਰਕੀਟ, ਮੈਨੂੰ ਜੋ ਵੀ ਬੈਸਟ ਪੋਸੀਬਲ ਰੇਟ ਮਿਲਣਗੇ ਇਹ ਉਹਦੇ ਵਾਸਤੇ ਇਹ ਹੈ ਕਿ ਜਿਹੜੀ ਮੇਰੀ ਰਿਟਰਨ ਫਾਈਲ ਕਰਨ ਦੀ ਡੇਟ ਹੈ ਉਹ ਦੇਖੋ ਅਮਾਊਂਟ ਤੇ ਮੇਰੀ ਆ ਗਈ ਨਾ ਬੈਂਕ ਅਕਾਊਂਟ 'ਚ, ਜਿਹੜੀ ਮੈਂ ਸੇਲ ਕੀਤੀ ਉਹ ਅਮਾਊਂਟ ਮੇਰੇ ਬੈਂਕ ਅਕਾਊਂਟ 'ਚ ਆ ਗਈ, ਜਾਂ ਤੇ ਮੈਂ ਉਹ ਅਮਾਊਂਟ ਨੂੰ ਬਾਹਰ ਭੇਜ ਦਿੱਤਾ, ਸੀਏ ਦਾ ਸਰਟੀਫਿਕੇਟ ਲਿਆ ਤੇ ਅਮਾਊਂਟ ਮੇਰੀ ਬਾਹਰ ਚਲੀ ਗਈ ਤੇ ਮੈਂ ਫ੍ਰੀ ਹੋ ਗਿਆ, ਠੀਕ ਹੈ ਨਾ ਜੀ। ਤੇ ਮੈਂ ਇੱਥੇ ਰਿਟਰਨ ਫਾਈਲ ਕਰਾਂਗਾ, ਜੋ ਮੇਰਾ ਪਲੱਸ ਮਾਈਨਸ ਹੋਏਗਾ, ਮੈਨੂੰ ਰਿਫੰਡ ਮਿਲਣਾ ਰਿਫੰਡ ਮਿਲੇਗਾ, ਜੇ ਮੈਂ ਹੋਰ ਪੇਮੈਂਟ ਕਰਨੀ ਹੋਰ ਕਰਾਂਗਾ ਨਾ। ਜਿਹੜੀ ਇਹ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਸੈਕਿੰਡ ਆਪਸ਼ਨ ਦੀ ਕਰ ਰਿਹਾ ਕਿ ਉਹ ਬੰਦਾ ਕਹਿੰਦਾ ਕਿ ਚਲੋ ਜੀ ਮੈਂ ਇਹਦੇ ਤੇ ਟੈਕਸ ਨਹੀਂ ਭਰਨਾ ਤੇ ਮੈਂ ਇਹਦੇ ਬਦਲੇ ਪ੍ਰਾਪਰਟੀ ਦੇ ਬਦਲੇ ਪ੍ਰਾਪਰਟੀ ਪਰਚੇਸ ਕਰਨੀ ਜੀ। ਜੇ ਮੈਂ ਫਰਜ਼ ਕਰ ਲਓ ਰੈਜ਼ੀਡੈਂਸ਼ੀਅਲ ਹਾਊਸ ਜਾਂ ਕਮਰਸ਼ੀਅਲ ਪ੍ਰਾਪਰਟੀ ਜਾਂ ਜਿਹੜੀ ਵੀ ਮੈਂ ਵੇਚਣਾ ਵਾ ਉਹਨੂੰ ਮੈਂ ਵੇਚ ਕੇ ਫਰਜ਼ ਕਰ ਲਓ ਇਨਵੈਸਟ ਕਰ ਦਿੰਦਾ ਰੈਜ਼ੀਡੈਂਸ਼ੀਅਲ ਹਾਊਸ 'ਚ, ਹਾਂਜੀ, ਇਹ ਨਹੀਂ ਕਮਰਸ਼ੀਅਲ 'ਚ ਨਹੀਂ, ਰੈਜ਼ੀਡੈਂਸ਼ੀਅਲ ਓਨਲੀ ਰੈਜ਼ੀਡੈਂਸ਼ੀਅਲ। ਔਰ ਰੈਜ਼ੀਡੈਂਸ਼ੀਅਲ ਵੀ ਇਹ ਹੈ ਕਿ ਉਹਦੇ ਨਾ ਅੱਗੇ ਇੱਕ ਤੋਂ ਜ਼ਿਆਦਾ ਹੋਰ ਰੈਜ਼ੀਡੈਂਸ਼ੀਅਲ ਹਾਊਸ ਹੋਣਾ ਨਹੀਂ ਚਾਹੀਦਾ, ਠੀਕ ਹੈ ਜੀ। ਅੱਛਾ, ਉਹ ਅਮਾਊਂਟ ਇਨਵੈਸਟ ਹੋ ਜਾਂਦੀ ਨੋ ਟੈਕਸ। ਬਟ ਜਿਹੜਾ ਹੁਣ ਇੰਟਰਵੀਨਿੰਗ ਪੀਰੀਅਡ ਆ ਜਾਏਗਾ ਕਿ ਫਰਜ਼ ਕਰ ਲਓ ਰਿਟਰਨ ਫਾਈਲ ਹੋਣ ਤੱਕ ਮੈਂ, ਜਦੋਂ ਮੇਰੀ ਲਾਸਟ ਡੇਟ ਹੈ ਰਿਟਰਨ ਫਾਈਲ ਹੋਣ ਦੀ, ਉਦੋਂ ਤੱਕ ਮੈਂ ਅਮਾਊਂਟ ਇਨਵੈਸਟ ਨਹੀਂ ਕਰ ਪਾਉਂਦਾ, ਹਾਂਜੀ, ਤੇ ਉਹਦੇ ਵਾਸਤੇ ਸਪੈਸ਼ਲ ਪ੍ਰੋਵੀਜ਼ਨ ਹੈ ਕਿ ਤੁਸੀਂ ਉਹ ਜਿਹੜੀ ਅਮਾਊਂਟ ਹੈ ਬੈਂਕ ਦੇ ਵਿੱਚ ਅੰਡਰ ਕੈਪੀਟਲ ਗੇਨ ਸੀਰੀਜ਼ ਦੇ ਵਿੱਚ ਇਨਵੈਸਟ ਕਰ ਦੇਣੀ ਹੈ। ਬੈਂਕ ਅਕਾਊਂਟ ਖੁਲਵਾਉਣਾ ਬੈਂਕ ਕੋਲੋਂ, ਉੱਥੇ ਤੁਸੀਂ ਉਹ ਵਾਲੀ ਜਿਹੜੀ ਅਮਾਊਂਟ ਹੈ ਉਹਦੇ ਵਿੱਚ ਰੱਖ ਦੇਣੀ ਹੈ। ਜਿਸ ਲਈ ਫਿਰ ਤੁਸੀਂ ਕੰਸਟਰਕਟ ਕਰਨਾ ਜਾਂ ਪਲਾਟ ਲੈਣਾ ਜਾਂ ਕੰਸਟਰਕਟਡ ਪ੍ਰਾਪਰਟੀ ਲੈਣੀ ਹੈ, ਤੁਸੀਂ ਉਹ ਅਮਾਊਂਟ ਉੱਥੋਂ ਯੂਜ਼ ਕਰਨੀ, ਪਹਿਲਾਂ ਹੀ ਡਿਕਲੇਅਰ ਕਰ ਦਿਓ ਗਵਰਨਮੈਂਟ ਨੂੰ ਕਿ ਮੈਂ ਇਹ ਉਹਦੇ ਵਾਸਤੇ ਰੱਖੀ ਹੈ। ਉਹਦੇ ਵਾਸਤੇ ਕੈਪੀਟਲ ਗੇਨ ਅਕਾਊਂਟ ਦਾ ਮਤਲਬ ਹੀ ਇਹ ਹੈ ਕਿ ਇਹ ਅਮਾਊਂਟ ਮੈਂ ਇੱਥੇ ਬਲੌਕ ਕਰ ਰਿਹਾ ਵਾਂ ਫॉर ਫਿਊਚਰ ਇਨਵੈਸਟਮੈਂਟ ਟੂ ਸੇਵ ਮਾਈ ਕੈਪੀਟਲ ਗੇਨਸ, ਠੀਕ ਹੈ। ਉੱਥੋਂ ਫਿਰ ਟੈਕਸ ਤੋਂ ਰਿਲੈਕਸੇਸ਼ਨ, ਉੱਥੋਂ ਫਿਰ ਟੈਕਸ ਕੋ ਰਿਲੈਕਸੇਸ਼ਨ ਉਹ ਮਿਲ ਜਾਏਗੀ ਨਾ ਕਿ ਤੁਸੀਂ ਰਿਟਰਨ ਜਿਸਲੇ ਫਾਈਲ ਕਰੋਗੇ ਉਹਦੇ ਵਿੱਚ ਤੁਹਾਡਾ ਆ ਜਾਏਗਾ ਕਿ ਲਓ ਜੀ ਮੈਂ ਇੰਨੀ ਅਮਾਊਂਟ ਦੀ ਪ੍ਰਾਪਰਟੀ ਵੇਚੀ ਸੀ, ਇੰਨੀ ਅਮਾਊਂਟ ਮੈਂ ਕੈਪੀਟਲ ਗੇਨ ਸੀਰੀਜ਼ ਦੇ ਵਿੱਚ ਰੱਖਿਆ, ਇੰਨੀ ਅਮਾਊਂਟ ਮੈਂ ਇਨਵੈਸਟ ਕਰਾਂਗਾ। ਸਪੋਜ਼ ਉਹ ਤੁਸੀਂ ਅਮਾਊਂਟ ਤੁਹਾਡੀ ਵੱਧ ਘੱਟ ਜਾਂਦੀ ਹੈ ਬਾਅਦ ਵਿੱਚ, ਤੇ ਉਹਦੀਆਂ ਡਿਊ ਪ੍ਰੋਵੀਜ਼ਨਸ ਸੈਕਸ਼ਨ 154 ਦੀਆਂ ਪ੍ਰੋਵੀਜ਼ਨਸ ਹੈਗੀਆਂ ਨੇ ਜਿਹੜੀਆਂ ਹੋ ਕੇ ਤੁਹਾਡੀ ਜਿਹੜੀ ਟੈਕਸੇਬਲ ਇਨਕਮ ਹੈ ਉਹ ਉਹਦੇ ਨਾਲ ਐਡਜਸਟ ਹੋ ਜਾਂਦਾ, ਠੀਕ ਹੈ ਨਾ ਜੀ। ਸੋ ਕਾਫੀ ਟੈਕਨੀਕੈਲਿਟੀਜ਼ ਨੇ ਔਰ ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਤੁਹਾਨੂੰ ਹਰ ਚੀਜ਼ ਹਰ ਪੁਆਇੰਟ ਦੇ ਉੱਤੇ ਪੂਰਾ ਤੁਹਾਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਗਲਤੀ ਨਾ ਹੋਵੇ, ਬਾਅਦ ਵਿੱਚ ਪਛਤਾਉਣਾ ਨਾ ਪਵੇ। ਸੋ ਕਲਰ ਸਾਹਿਬ ਇਹ ਤਾਂ ਹੋ ਗਿਆ ਸਾਰਾ, ਕਾਫੀ ਟੈਕਨੀਕਲ ਹੈ ਸਾਰੀਆਂ ਚੀਜ਼ਾਂ। ਇੱਕ ਆਪਾਂ ਸਿੰਪਲ ਲੈਂਦੇ, ਜਿਵੇਂ ਅੱਜ ਕੱਲ੍ਹ ਸਾਰਿਆਂ ਨੂੰ ਬੜਾ ਹੈ ਕਿ ਬਾਹਰ ਬੱਚਿਆਂ ਨੂੰ ਭੇਜਣਾ, ਸਟੱਡੀ ਕਰਨ ਵਾਸਤੇ ਭੇਜਣਾ, ਔਰ
ਉਹਨਾਂ ਨੂੰ ਫਿਰ ਜਦੋਂ ਤੁਸੀਂ ਇੱਥੋਂ ਪੈਸੇ ਭੇਜਦੇ ਹੋ ਜਾਂ ਅਦਰਵਾਈਜ਼ ਕੋਈ ਗਿਫਟ ਭੇਜਦੇ ਹੋ, ਕੁਝ ਇੱਦਾਂ ਦੀਆਂ ਟ੍ਰਾਂਜੈਕਸ਼ਨਸ ਜਿਹੜੀਆਂ ਅਸੀਂ ਆਮ ਤੌਰ ਤੇ ਜ਼ਿੰਦਗੀ ਦੇ ਵਿੱਚ ਰਿਸ਼ਤੇਦਾਰੀਆਂ 'ਚ ਕਰਦੇ ਰਹਿੰਦੇ ਹਾਂ ਜਾਂ ਗਾਹੇ ਬਗਾਹੇ ਸਾਨੂੰ ਜ਼ਰੂਰਤ ਪੈ ਗਈ ਉੱਥੇ ਪੈਸਾ ਭੇਜਣਾ, ਇਹਦੇ ਵਿੱਚ ਵੀ ਕੀ ਲਾਜ਼ ਨੇ, ਕੀ ਇਹਦੇ 'ਚ ਟੈਕਨੀਕਲਿਟੀ? ਇਹ ਮੈਂ ਤੁਹਾਨੂੰ ਦੱਸਿਆ ਨਾ ਜੀ ਕਿ ਇਹਦੇ ਵਿੱਚ TCS ਪ੍ਰੋਵੀਜ਼ਨਸ ਐਪਲੀਕੇਬਲ ਹੋ ਜਾਣਗੀਆਂ ਜਿਹੜੀਆਂ ਚੇਂਜ ਹੋਈਆਂ ਨੇ 1 ਜੁਲਾਈ 2023 ਤੋਂ ਐਪਲੀਕੇਬਲ ਹੋ ਜਾਣੀਆਂ ਨੇ। ਜੇ ਮੈਂ ਫਰਜ਼ ਕਰ ਲਓ ਆਪਣੇ ਬੱਚਿਆਂ ਵਾਸਤੇ, ਉੱਥੇ ਮੇਰੇ ਬੱਚੇ ਸਪੋਜ਼ ਬਾਹਰ ਨੇ, ਮੈਂ ਆਪਣੇ ਬੱਚਿਆਂ ਨੂੰ ਬਾਹਰ, ਉਹ ਉੱਥੇ ਸਟੱਡੀ ਕਰ ਰਹੇ ਨੇ ਬਟ ਮੈਂ ਉਹਨਾਂ ਨੂੰ, ਉਹ ਹਾਲੇ ਪੂਰੇ ਸੈਟਲਡ ਨਹੀਂ ਹੈ ਤੇ ਮੈਂ ਉਹਨਾਂ ਨੂੰ ਕੋਈ ਅਮਾਊਂਟ ਭੇਜਣੀ ਹੈ ਬਾਹਰ ਉਹਨਾਂ ਦੀ ਲਿਵਿੰਗ ਵਾਸਤੇ, ਉਹਨਾਂ ਦੇ ਖਰਚੇ ਵਾਸਤੇ ਜਾਂ ਕਿਸੇ ਹੋਰ ਪਰਪਸ ਵਾਸਤੇ, ਜਾਂ ਮੈਂ ਆਪਣੇ ਕਿਸੇ ਰਿਲੇਟਿਵ ਨੂੰ ਅਮਾਊਂਟ ਬਾਹਰ ਭੇਜਣੀ ਹੈ ਐਜ਼ ਅ ਲੋਨ ਭੇਜਣੀ ਹੈ ਜਾਂ ਕਿਸੇ ਪਰਪਸ ਵਾਸਤੇ, ਉਹਦੇ 'ਚ TCS ਪ੍ਰੋਵੀਜ਼ਨਸ ਐਪਲੀਕੇਬਲ ਹੋ ਜਾਣਗੀਆਂ ਤੇ ਦਿਸ ਵਿਲ ਬੀ 20% ਤੁਸੀਂ TCS ਉਹਦਾ ਉਹ ਤੁਹਾਨੂੰ ਦੇਣਾ ਹੀ ਪਏਗਾ। ਅੱਛਾ, ਹੁਣ ਜਿਹੜਾ ਇਹ ਵਾਲਾ TCS ਵੀ ਹੈ ਨਾ, ਜਿਸਲੇ ਜਿਹੜਾ ਰੈਜ਼ੀਡੈਂਟ ਹੈ ਉਹ ਆਪਣੀ ਰਿਟਰਨ ਫਾਈਲ ਕਰੇਗਾ, ਉਹ ਜਿਸਲੇ ਰਿਟਰਨ ਫਾਈਲ ਕਰੇਗਾ ਉਹਦੇ ਵਿੱਚ ਉਹਨੂੰ TCS ਦਾ 20% ਦਾ ਕਲੇਮ ਮਿਲ ਜਾਏਗਾ। ਸਪੋਜ਼ ਤੁਹਾਡੀ ਐਡਵਾਂਸ ਟੈਕਸ ਦੀ ਲਾਇਬਿਲਿਟੀ ਹੈ, ਅੱਜ ਲੈਟਸ ਸਪੋਜ਼ ਕਿ ਮੈਂ ਇੱਕ 2 ਲੱਖ ਰੁਪਇਆ ਬਾਹਰ ਭੇਜਿਆ, ਹਾਂਜੀ, ਉਹਦੇ ਤੇ TCS 20% 40,000 ਰੁਪਇਆ ਬਣ ਗਿਆ, ਠੀਕ ਹੈ ਨਾ ਜੀ। ਹੁਣ ਮੈਂ ਫਰਜ਼ ਕਰ ਲਓ ਜਿਸਲੇ ਆਪਣੀ ਐਡਵਾਂਸ ਟੈਕਸ ਦੀ ਲਾਇਬਿਲਿਟੀ ਵਰਕਆਊਟ ਕਰਨੀ ਹੈ, ਹਾਂਜੀ, ਉਹਦੇ ਵਿੱਚੋਂ ਮੈਂ ਉਹ 40,000 ਨੂੰ ਐਡਜਸਟ ਕਰਕੇ ਬੈਲੈਂਸ ਐਡਵਾਂਸ ਟੈਕਸ ਜਮ੍ਹਾਂ ਕਰਾ ਦਿਆਂਗਾ, ਔਰ ਜਿਸਲੇ ਮੈਂ ਰਿਟਰਨ ਫਾਈਲ ਕਰਾਂਗਾ ਉਹ TCS ਦਾ ਮੈਂ ਕ੍ਰੈਡਿਟ ਲੈ ਕੇ ਉਹਦੇ ਵਿੱਚ ਜਿੰਨੀ ਸਾਰੀ ਅਮਾਊਂਟ ਹੈ ਉਹ ਮੈਂ ਐਡਜਸਟ ਕਰਕੇ ਤੇ ਜੋ ਪਲੱਸ ਮਾਈਨਸ ਹੈ ਉਹਦੀ ਰਿਟਰਨ ਹੋਏਗੀ ਮੈਂ ਜਮ੍ਹਾਂ ਕਰਾ ਦਿਆਂਗਾ। ਕਲੀਅਰ ਹੋ ਜਾਏਗਾ। ਦਿਸ ਇਜ਼ ਦੀ ਐਜ਼ ਇਟ ਇਜ਼ TCS ਦਾ ਲਾਅ। ਦੈਨ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਮੇਰੇ ਆਪਣੇ ਇੱਥੇ ਬੈਂਕ ਅਕਾਊਂਟ ਹੈ ਨੇ, ਮੈਂ ਉਹਨਾਂ ਨੂੰ ਕਿਸ ਤਰ੍ਹਾਂ ਬਾਹਰ ਅਮਾਊਂਟ ਭੇਜ ਸਕਣਾ। ਤੀਸਰਾ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਅਮਾਊਂਟ ਤੁਸੀਂ ਇੱਥੇ ਫਰਜ਼ ਕਰ ਲਓ ਪ੍ਰੋਪਰਟੀਜ਼ ਦੀ ਸੇਲ ਕਰਦੇ ਹੋ, ਉਹ ਅਮਾਊਂਟ ਕਿਸ ਤਰ੍ਹਾਂ ਬਾਹਰ ਜਾਏਗੀ। ਅੱਛਾ, ਹੁਣ ਦੇਖੋ ਇਹਦੇ ਵਿੱਚ ਸੰਜੀਵ ਜੀ ਕਈ ਜਗ੍ਹਾ ਇਹੋ ਜਿਹੀ ਹਰ ਕੇਸ ਦੇ ਵਿੱਚ, ਹਰ ਜਗ੍ਹਾ ਦੇ ਵਿੱਚ ਆਪਣੇ ਫੈਕਟਸ ਨੇ ਕਿ ਇਹ ਮੈਂ ਜਗ੍ਹਾ ਇੰਨੇ ਦੀ ਲਈ ਸੀ, ਉਦੋਂ ਦੀ ਲਈ ਸੀ, ਉਹਦਾ ਕੀ ਵੈਲਿਊਏਸ਼ਨ ਹੋਏਗੀ, ਉਹਦੇ ਵੈਲਿਊਏਸ਼ਨ 'ਤੇ ਵੀ ਕਾਫੀ ਡਿਸਪਿਊਟ ਹੁੰਦਾ ਕਿਉਂਕਿ ਜਿੰਨੀ ਮੈਂ ਵੈਲਿਊਏਸ਼ਨ ਉੱਪਰ ਚੁੱਕਾਂਗਾ ਉਨੀ ਮੇਰੀ ਇੰਡੈਕਸੇਸ਼ਨ ਉੱਪਰ ਜਾਏਗੀ। ਪਰ ਉਹਦੇ ਵਾਸਤੇ ਮੈਨੂੰ ਮਟੀਰੀਅਲ ਚਾਹੀਦਾ, ਮੈਨੂੰ ਪਤਾ ਹੋਣਾ ਚਾਹੀਦਾ ਕਿ ਇਹਦੀ ਐਕਚੁਅਲ ਵੈਲਿਊ ਹੈ। ਉਹਦੇ ਵਾਸਤੇ ਅਸੀਂ ਉਹ ਵੈਲਿਊ ਕਰਵਾ ਲੈਂਦੇ ਹਾਂ, ਉਹਦੀ ਅਪਰੂਵਡ ਵੈਲਿਊ ਕੋਲ ਉਹਦੀ ਵੈਲਿਊਏਸ਼ਨ ਕਰਵਾ ਲੈਂਦੇ ਹਾਂ। ਅਪਰੂਵਡ ਵੈਲਿਊ ਦੀ ਜਿਹੜੀ ਵੈਲਿਊਏਸ਼ਨ ਹੈ ਉਹ ਚੈਲੰਜ ਨਹੀਂ ਹੋ ਸਕਦੀ ਅਨਲੈਸ ਜੇ ਉਹਦੇ ਵਿੱਚ ਦੱਸਿਆ ਜਾਏ ਕਿ ਨੋ ਜੀ ਇੱਥੇ ਇਹ ਗਲਤੀ ਹੋਈ। ਔਨ ਦਾ ਬੇਸਿਸ ਆਫ ਦਾ ਅਪਰੂਵਡ ਵੈਲਿਊ ਵੈਲਿਊਏਸ਼ਨ ਅਸੀਂ 2001 ਦੀ ਵੈਲਿਊਏਸ਼ਨ ਲੈ ਕੇ ਤੇ ਅਸੀਂ ਉਸ ਤੋਂ ਬਾਅਦ ਉਹਦੀ ਵਰਕਿੰਗ ਕਰਨੇ ਆ ਤੇ ਫਿਰ ਅਸੀਂ ਕੈਪੀਟਲ ਗੇਨ ਵਰਕਆਊਟ ਕਰਨੇ ਆ। ਦੋ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਬੜੀਆਂ ਇੰਪੋਰਟੈਂਟ ਦੱਸੀਆਂ ਨੇ ਕਿ ਉਹਦੇ ਤੇ TDS ਜ਼ਰੂਰ ਹੋਣਾ, ਸ਼ੋਰ 20% ਤਹਿਸੀਲਦਾਰ ਨੇ ਰਜਿਸਟਰੀ ਨਹੀਂ ਕਰਨੀ ਜਿੰਨੀ ਦੇਰ TDS ਨਹੀਂ ਆਉਣਾ, ਔਰ ਉਸ 20% ਨੂੰ ਅਸੀਂ ਬਚਾਉਣ ਵਾਸਤੇ ਇੰਟਰਨੈਸ਼ਨਲ ਟੈਕਸੇਸ਼ਨ ਨੂੰ ਮੂਵ ਕਰ ਸਕਨੇ ਆ। ਉੱਥੋਂ ਅਸੀਂ ਜੋ ਸਰਟੀਫਿਕੇਟ ਲਾਂਗੇ ਉਹਦੇ ਮੁਤਾਬਕ ਅਸੀਂ ਟੈਕਸ ਜਮ੍ਹਾਂ ਕਰਾ ਦਿਆਂਗੇ, ਉਹਦੇ ਮੁਤਾਬਕ ਅਸੀਂ ਰਿਟਰਨ ਫਾਈਲ ਕਰਾਂਗੇ, ਜੋ ਉਹਦੇ 'ਚ ਪਲੱਸ ਮਾਈਨਸ ਹੋਏਗਾ ਉਹ ਵੀ ਅਸੀਂ ਐਡਜਸਟ ਕਰ ਲਾਂਗੇ। ਹੁਣ ਇਸ਼ੂ ਰਹਿ ਗਿਆ, ਹਾਂ ਤੁਸੀਂ ਕੁਝ ਪੁੱਛ ਰਹੇ ਸੀ। ਇਸ਼ੂ ਰਹਿ ਗਿਆ, ਮੇਰੇ ਮਨ 'ਚ ਇੱਕ ਚੀਜ਼ ਆਉਂਦੀ ਹੈ ਕਿ ਇਹ ਤਾਂ ਸਾਰਾ ਲੀਗਲ ਹੈ, ਨਹੀਂ ਤੁਸੀਂ ਕੋਈ ਪੁਆਇੰਟ ਦੱਸਣਾ ਚਾਹੁੰਦੇ ਫਿਰ ਮੈਂ ਉਸ ਤੋਂ ਬਾਅਦ ਆਪਣੇ ਪੁਆਇੰਟ 'ਤੇ ਆਉਂਦਾ। ਅੱਛਾ, ਮੈਂ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਇਸ਼ੂ ਜਿਹੜੇ ਮੇਰੇ ਇੱਥੇ ਸ਼ੇਅਰਸ ਨੇ ਜਾਂ ਮੇਰੇ ਮਿਊਚੁਅਲ ਫੰਡ ਨੇ, ਜੇ ਮੈਂ ਉਹਨਾਂ ਨੂੰ ਸ਼ੇਅਰ ਨੂੰ ਮੈਂ ਰਿਡੀਮ ਕਰਨਾ ਵਾ, ਉਹਨਾਂ ਨੂੰ ਮੈਂ ਵੇਚਣਾ ਵਾ ਇੱਥੇ, ਤੇ ਜੇ ਮੈਂ ਆਪਣੇ ਜਿੰਨੇ ਮਿਊਚੁਅਲ ਫੰਡ ਨੇ ਉਹਨਾਂ ਦੀ ਰਿਡਮਪਸ਼ਨ ਲੈਣਾ ਵਾ ਤੇ ਉਹਨਾਂ ਨੂੰ ਅਕੋਰਡਿੰਗ ਟੂ ਦਾ ਲੇਟੈਸਟ ਅਮੈਂਡਮੈਂਟਸ ਇੰਡੈਕਸੇਸ਼ਨ ਨਹੀਂ ਹੈ। ਹਾਂ, ਇੰਡੈਕਸੇਸ਼ਨ ਨਹੀਂ ਹੈ। ਉਹਨਾਂ ਦੀ ਜਿਹੜੀ ਟੈਕਸੇਬਿਲਿਟੀ ਹੈ ਐਟ ਪਾਰ ਵਿਦ ਮਾਈ ਰੈਜ਼ੀਡੈਂਟ ਭਰਾ ਉਹਦੇ ਨਾਲ, ਜੋ ਰੈਜ਼ੀਡੈਂਟ ਨੂੰ ਟੈਕਸ ਲੱਗੇਗਾ ਉਹ ਨਾਨ ਰੈਜ਼ੀਡੈਂਟ ਨੂੰ ਟੈਕਸ ਲੱਗੇਗਾ। ਸੋ ਹੁਣ ਤੁਸੀਂ ਦੱਸੋ ਕੀ ਗੱਲ ਕਰ ਰਹੇ ਹੋ। ਸੋ ਇਹ ਤਾਂ ਸਭ ਹੋ ਗਿਆ ਲੀਗਲ, ਔਰ ਇਹ ਮੇਰੇ ਦਰਸ਼ਕ ਵੀ ਸੁਣ ਰਹੇ ਨੇ ਕਿ ਕਿੰਨਾ ਸੁਖਾਲਾ ਹੈ। ਹਾਂ, ਇਹ ਤੁਹਾਡੇ ਨਾਲ ਇੱਕ ਐਕਸਪਰਟ ਹੈਗੇ ਨੇ ਜੋ ਫਾਈਨੈਂਸ ਦੇ ਵਿੱਚ ਤੁਹਾਨੂੰ ਗਾਈਡਲਾਈਨਸ ਦੇ ਸਕਦੇ ਨੇ, ਤੁਸੀਂ ਉਹਨਾਂ ਨੂੰ ਫੋਲੋ ਕਰੋ, ਗਵਰਨਮੈਂਟ ਆਫ ਇੰਡੀਆ ਦੇ ਰੂਲਸ ਨੂੰ ਫੋਲੋ ਕਰੋ ਤਾਂ ਬਹੁਤ ਚੰਗੀ ਤਰ੍ਹਾਂ ਨਾਲ ਹਰ ਚੀਜ਼ ਸੋਲਵ ਹੋ ਜਾਏਗੀ। ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ, ਗਵਰਨਮੈਂਟ ਪੂਰੀ ਸਪੋਰਟਿਵ ਹੈ, ਹਰ ਸਿਸਟਮ ਸਪੋਰਟਿਵ ਹੈ, ਤੁਹਾਡੇ ਨਾਲ ਫਾਈਨੈਂਸ਼ੀਅਲ ਐਕਸਪਰਟਸ ਖੜੇ ਨੇ, ਸਭ ਜਗ੍ਹਾ ਸਭ ਕੁਝ ਹੋ ਸਕਦਾ ਹੈ। ਪਰ ਇੱਕ ਚੀਜ਼, ਲਾਲਚ ਦੇਣ ਵਾਲੇ ਬੈਠੇ ਨੇ ਮਾਰਕੀਟ ਦੇ ਵਿੱਚ ਔਰ ਮਨ ਲਾਲਚ ਦੇ ਵਿੱਚ ਆ ਜਾਂਦਾ ਹੈ। ਇਲੀਗਲ ਤਰੀਕੇ ਨਾਲ ਜੋ ਮਨੀ ਲੈ ਕੇ ਜਾਣਾ ਚਾਹੁੰਦੇ ਨੇ ਔਰ ਲੈ ਕੇ ਜਾਂਦੇ ਵੀ ਨੇ, ਇਸ ਚੈਪਟਰ ਨੂੰ ਜ਼ਰੂਰ ਕਲੀਅਰ ਕਰੋ ਕਿ ਜਿਹੜਾ ਇਲੀਗਲ ਤਰੀਕੇ ਨਾਲ ਮਨੀ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕਿਤੇ ਫਸ ਜਾਂਦਾ ਹੈ, ਬਾਅਦ ਵਿੱਚ ਦਿੱਕਤਾਂ ਆਉਂਦੀਆਂ ਨੇ, ਤਾਂ ਫਿਰ ਉਹ ਕੀ ਕੁਝ ਹੁੰਦਾ ਹੈ ਜਿਹੜਾ ਸੋਲਵ ਨਹੀਂ ਹੁੰਦਾ ਤੇ ਔਰ ਬਹੁਤ ਜ਼ਿਆਦਾ
ਬਦਨਾਮੀ ਵੀ ਹੁੰਦੀ ਹੈ। ਸੰਜੀਵ ਜੀ, ਮੈਂ ਤੁਸੀਂ ਬਹੁਤ ਹੀ ਜਿਹਨੂੰ ਕਹਿੰਦੇ ਨਾ ਇੰਪੋਰਟੈਂਟ ਕੁਐਸਚਨ ਨੂੰ ਟੱਚ ਕੀਤਾ। ਸਾਡੇ ਜਿਹੜੇ ਨਾਨ ਰੈਜ਼ੀਡੈਂਟ ਭਰਾ ਨੇ ਨਾ, ਉਹਨਾਂ ਨੂੰ ਕਈ ਲੋਕ ਲਿਓਰ ਕਰ ਦਿੰਦੇ ਨੇ ਕਿ ਲਓ ਜੀ ਤੁਸੀਂ ਇਹ ਪੇਮੈਂਟ ਭੇਜੋਗੇ, ਇੱਥੋਂ 20% ਉੱਤੇ TDS ਲੱਗੇਗਾ ਤੇ ਇਹਨੂੰ ਅਸੀਂ ਹਵਾਲਾ ਦੇ ਜ਼ਰੀਏ ਜਾਂ ਇਹ ਅਮਾਊਂਟ ਤੁਹਾਡੀ ਉੱਧਰ ਟ੍ਰਾਂਸਫਰ ਕਰ ਦਿੰਦੇ। ਬਿਲਕੁਲ ਨਹੀਂ ਸੰਜੀਵ ਜੀ, ਮੈਂ ਇਹਦੇ ਬਿਲਕੁਲ ਅਗੇਂਸਟ ਹਾਂ। ਕੋਈ ਇਹੋ ਜਿਹਾ ਕੰਮ ਅਸੀਂ ਨਹੀਂ ਕਰਨਾ ਜਿਹਦੇ ਨਾਲ ਕਿ ਅਸੀਂ ਹਵਾਲਾ ਟ੍ਰਾਂਜੈਕਸ਼ਨ ਦੇ ਵਿੱਚ ਇਨਵੋਲਵ ਹੋ ਜਾਈਏ। ਪੁੱਛੋ ਕਿਉਂ? ਜੀ, ਅੱਜ ਦੀ ਡੇਟ ਵਿੱਚ ਗਵਰਨਮੈਂਟ ਆਫ ਇੰਡੀਆ, ਪਾਰਟਿਕੂਲਰਲੀ ਇਨਫੋਰਸਮੈਂਟ ਡਾਇਰੈਕਟੋਰੇਟ, ਉਹ ਇਹਨਾਂ ਦੇ ਇੱਕ ਕਿਸਮ ਦੇ ਹਰ ਵਕਤ ਉਹਨਾਂ ਨੂੰ ਜਿੰਨੇ ਹਵਾਲਾ ਆਪਰੇਟਰ ਨੇ ਇਹਨਾਂ ਨੂੰ ਟਰੈਕ ਕਰਦੇ ਨੇ। ਤੁਸੀਂ ਦੇਖਿਆ ਹੋਏਗਾ ਕਿ ਤੁਸੀਂ ਇਹਨਾਂ ਜਿੰਨੇ ਮਨੀ ਚੇਂਜਰ ਵਾਲੇ ਹੈਗੇ ਨੇ ਜਾਂ ਜਿਨ੍ਹਾਂ ਦੀ ਥੋੜ੍ਹੀ ਜਿਹੀ ਵੀ ਇਨਕਲੀਨੇਸ਼ਨ ਹੈਗੀ ਕਿ ਜੀ ਹਵਾਲਾ ਡੀਲ ਕਰਦੇ ਨੇ, ਉਹਨਾਂ ਦੇ ਵੇਰੀਅਸ ਰੇਟਸ ਹੋ ਜਾਂਦੀਆਂ ਨਾ। ਹੁਣ ਰੇਟ ਤੁਸੀਂ ਕਹਿੰਦੇ ਹੋ ਕਿ ਰੇਟਸ ਉਹਨਾਂ ਦੇ ਹੁੰਦੇ, ਮੈਂ ਕਿਸ ਤਰ੍ਹਾਂ ਇਨਵੋਲਵ ਹੋ ਜਾਂਦਾ? ਸ਼ੋਰ, ਠੀਕ ਹੈ ਨਾ। ਕੀ ਹੁੰਦਾ ਹੈ ਕਿ ਜਿਸਲੇ ਰੇਟਸ ਹੁੰਦੀ ਹੈ ਨਾ, ਤੇ ਉਹਨਾਂ ਦੇ ਜਿੰਨੇ ਮੋਬਾਈਲ ਜਾਂ ਜਿੰਨੇ ਉਹਨਾਂ ਦੇ ਕੰਪਿਊਟਰ ਦੇ ਹਾਰਡ ਡਿਸਕ ਹੈ, ਜੋ ਵੀ ਹੈ, ਉਹ ਸਾਰਾ ਡਾਟਾ ਆਪਣੇ ਕੋਲ ਲੈ ਲੈਂਦੇ। ਉਹਨੂੰ ਉਹ ਡਾਊਨਲੋਡ ਕਰਦੇ। ਉਹ ਡਾਊਨਲੋਡ ਕਰਨ ਦੇ ਵਿੱਚ ਉਹ ਤੁਹਾਡਾ ਉਹਦੇ 'ਚ ਨਾਮ ਰਿਫਲੈਕਟ ਹੋ ਜਾਂਦਾ ਹੈ ਕਿ ਇਸ ਬੰਦੇ ਕੋਲ ਮੈਂ ਇੱਥੋਂ ਪੇਮੈਂਟ ਲਈ, ਉੱਥੇ ਪੇਮੈਂਟ ਡਿਲੀਵਰ ਕੀਤੀ। ਬਸ ਉਹ ਤੁਹਾਡੇ ਵਾਸਤੇ ਉਹ ਆਈ ਇੱਕ ਬੜਾ ਕਾਜ਼ ਆਫ ਐਕਸ਼ਨ ਔਰ ਕੁਐਸਚਨ ਮਾਰਕ ਆ ਜਾਏਗਾ। ਤੁਹਾਨੂੰ ਇੱਕਦਮ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਨੋਟਿਸ ਆ ਜਾਏਗਾ ਕਿ ਫਲਾਣੇ ਦਿਨ ਤੁਸੀਂ ਫਲਾਣੇ ਬੰਦੇ ਦੇ ਥਰੂ ਇੰਨੇ ਪੈਸੇ ਦਿੱਤੇ ਜਾਂ ਲਿੱਤੇ, ਇਹ ਅਮਾਊਂਟ ਤੁਹਾਨੂੰ ਉੱਥੇ ਡਿਲੀਵਰ ਹੋਈ ਜਾਂ ਇੱਥੇ ਹੋਈ। ਜਿਸਲੇ ਤੁਹਾਨੂੰ ਉਹ ਨੋਟਿਸ ਆ ਜਾਏਗਾ ਤੇ ਬਿਲੀਵ ਮੀ ਉਹ ਇੱਕ ਪੂਰਾ ਹੈਰੈਸਮੈਂਟ ਦਾ ਕਾਰਨ। ਯੈਸ, ਉਹ ਤੁਹਾਡਾ ਉਨੀ ਅਮਾਊਂਟ ਇਨਵੋਲਵ ਨਹੀਂ ਹੋਏਗੀ ਜਿੰਨੀ ਤੁਹਾਨੂੰ ਉਹਦੀ ਪੈਨਲਟੀ ਦੇਣੀ ਪੈ ਜਾਏਗੀ। ਓ ਗॉड, ਮੇਰੀ ਗੱਲ ਸਮਝੋ, ਇਟਸ ਅ ਫੁੱਲ ਆਫ ਹੈਰੈਸਮੈਂਟ। ਕਦੀ ਵੀ ਮੈਂ ਆਪਣੇ NRI ਭਰਾਵਾਂ ਨੂੰ ਸੁਜੈਸਟ ਨਹੀਂ ਕਰਾਂਗਾ ਕਿ ਕੋਈ ਇਲੀਗਲ ਟ੍ਰਾਂਜੈਕਸ਼ਨ ਦੇ ਵਿੱਚ ਉਹ ਇੰਡਲਜ ਕਰਨ। ਦੇਖੋ, ਲੀਗਲ ਮੋਡਸ ਅਵੇਲੇਬਲ ਨੇ। ਤੁਸੀਂ ਅਮਾਊਂਟ ਤੁਹਾਨੂੰ 2.5 ਲੱਖ US ਡਾਲਰਸ ਤੱਕ ਤੁਸੀਂ ਕੋਈ ਵੀ ਆਦਮੀ ਇੱਥੋਂ ਅਮਾਊਂਟ ਬਾਹਰ ਭੇਜ ਸਕਦਾ, ਔਰ 2.5 ਲੱਖ ਡਾਲਰ ਕੋ ਘੱਟ ਨਹੀਂ ਹੈ। ਬਹੁਤ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਕੋਈ 2.5 ਲੱਖ ਡਾਲਰ ਇਜ਼ ਅ ਸਫੀਸ਼ੀਐਂਟ ਅਮਾਊਂਟ। ਔਰ ਪਰ ਪਰਸਨ, ਫਰਜ਼ ਕਰ ਲਓ ਤੁਹਾਡੇ ਫੈਮਿਲੀ ਦੇ 4 ਬੰਦੇ ਨੇ, ਤੁਸੀਂ ਤੇ ਕੀ ਕਹਿੰਦੇ ਨੇ ਤਕਰੀਬਨ ਹੋ ਗਿਆ ਇਹਦੇ ਵਿੱਚ 2.5 ਲੱਖ ਡਾਲਰ ਦਾ, ਤੁਸੀਂ 4 ਨਾਲ ਮਲਟੀਪਲਾਈ ਕਰੋ ਤੇ ਅਮਾਊਂਟ ਕਿੰਨੀ ਅਮਾਊਂਟ ਬਣ ਜਾਂਦੀ ਹੈ। ਤੁਸੀਂ ਈਜ਼ੀਲੀ ਦੈਟ ਅਮਾਊਂਟ ਕੈਨ ਬੀ ਸੈਂਟ ਆਊਟਸਾਈਡ। ਸੋ ਮੇਰਾ ਇਹ ਸਿਰਫ ਇਹ ਕਹਿਣ ਦਾ ਮਤਲਬ ਇਹ ਹੈ ਕਿ ਕਦੀ ਵੀ ਤੁਸੀਂ ਕੋਈ ਇਲੀਗਲ ਐਕਟੀਵਿਟੀ ਦੇ ਵਿੱਚ ਇੰਡਲਜ ਨਾ ਕਰੋ। ਉਹਨੂੰ ਤੁਸੀਂ ਅਮਾਊਂਟ ਜਿਹੜੀ ਹੈ ਲੀਗਲ ਚੈਨਲ ਨਾਲ ਬਾਹਰ ਭੇਜੋ। ਆਪਣੇ ਇੱਥੇ ਟੈਕਸਿਸ ਦਿਓ। ਹਰ ਚੀਜ਼ ਦਾ ਇੱਕ ਸਿਸਟਮ ਬਣਿਆ, ਹਰ ਚੀਜ਼ ਦੀ ਇੱਕ ਰਿਕੁਆਇਰਮੈਂਟ ਬਣੀ ਹੈ। ਜੇ ਅਸੀਂ ਉਹਨੂੰ ਫੋਲੋ ਕਰਨੇ ਆ, ਅਸੀਂ ਹੁਣ ਜੇ ਫੋਲੋ ਕਰਨੇ ਆ ਤੇ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਆਉਣ ਦੀ ਗੁੰਜਾਇਸ਼ ਨਹੀਂ ਹੈਗੀ। ਬਟ ਇਹ ਹੈ ਕਿ ਦੇਖੋ, ਜੇ ਤੁਸੀਂ ਇੱਕ ਚੀਜ਼ ਫਰਜ਼ ਕਰ ਲਓ ਪੁਰਾਣੀ ਇੱਕ ਲਈ ਹੈ ਲੱਖ 2 ਲੱਖ ਦੀ, ਅੱਜ ਹੁਣ ਤੁਸੀਂ 2-4 ਕਰੋੜ ਦੀ ਵੇਚਦੇ ਹੋ ਤੇ ਗਵਰਨਮੈਂਟ ਜਸਟੀਫਾਈਡ ਹੈ ਨਾ ਉਹਦੇ ਤੇ ਜੋ ਕੈਪੀਟਲ ਗੇਨ ਟੈਕਸ ਲੈਣਾ। ਤੇ ਜੇ ਤੁਸੀਂ ਟੈਕਸ ਦੇ ਕੇ ਤੇ ਲੀਗਲ ਤਰੀਕੇ ਨਾਲ ਤੁਹਾਡੀ ਅਮਾਊਂਟ ਬਾਹਰ ਟ੍ਰਾਂਸਫਰ ਹੋ ਜਾਂਦੀ ਹੈ ਤੇ ਉਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਠੀਕ ਹੈ ਨਾ। ਔਰ ਇਨਸਟੈਡ ਆਫ ਕਿ ਤੁਸੀਂ ਇੰਡਲਜ ਕਰੋ ਆਪਣੀਆਂ ਜਿਹੜੀਆਂ ਕੋ ਹਵਾਲਾ ਦੇ ਵਿੱਚ, ਉਹ ਬਿਲਕੁਲ ਵੀ ਨਹੀਂ, ਕਦੀ ਸੋਚਣਾ ਵੀ ਨਹੀਂ। ਮੈਂ ਆਪਣੇ NRI ਭਰਾਵਾਂ ਨੂੰ ਇਹ ਸੁਜੈਸਟ ਕਰਾਂਗਾ ਔਰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕਦੀ ਵੀ ਇਹੋ ਜਿਹਾ ਕੰਮ ਨਹੀਂ ਕਰਨਾ। ਕਿਸੇ ਦੀ ਲਿਓਰਮੈਂਟ 'ਚ ਨਹੀਂ ਆਉਣਾ ਕਿ ਜੀ ਤੁਹਾਨੂੰ 20% ਅਸੀਂ TDS ਬਚਾ ਦੇਵਾਂਗੇ। ਨੋ ਪ੍ਰੋਬਲਮ, ਜਿੰਨੀ ਅਮਾਊਂਟ ਤੁਸੀਂ 20% ਤੁਹਾਡੀ ਇੱਥੇ ਕੱਟੀ ਜਾਣੀ ਹੈ, ਉਹ ਤੁਹਾਡੀ ਸੈਟਲ ਹੋ ਕੇ ਰਿਟਰਨ ਦੇ ਵਿੱਚ ਉਨੀ ਅਮਾਊਂਟ ਤੁਹਾਨੂੰ ਜੇ ਨਹੀਂ ਬਣਦੀ ਤੇ ਰਿਫੰਡ ਹੋ ਜਾਣੀ, ਔਰ ਰਿਫੰਡ ਹੋਣ 'ਚ ਕੋਈ ਪ੍ਰੋਬਲਮ ਨਹੀਂ ਆਏਗੀ। ਬਿਲਕੁਲ ਗ੍ਰੀਨ ਮਨੀ ਰਹਿਣੀ ਚਾਹੀਦੀ ਹੈ। ਔਰ ਮੈਂ ਆਪਣੇ ਦਰਸ਼ਕਾਂ ਨਾਲ ਇਹ ਗੱਲ ਜ਼ਰੂਰੀ ਤੌਰ 'ਤੇ ਕਹਿਣਾ ਚਾਹਾਂਗਾ ਕਿ ਜੋ ਸਾਡੀ ਬਚਪਨ ਦੀ ਨਸੀਹਤ ਹੈ ਨਾ, ਬਚਪਨ 'ਚ ਮਾਂ ਨੇ ਇੱਕ ਕਹਾਣੀ ਸੁਣਾਈ ਸੀ ਨਾ, ਉਹ ਲਾਲਚੀ ਕੁੱਤੇ ਵਾਲੀ। ਰੋਟੀ ਲੈ ਕੇ ਜਾ ਰਿਹਾ, ਆਪਣੇ ਮੂੰਹ ਦੇ ਵਿੱਚ ਉਹਨੇ ਰੋਟੀ ਫੜੀ ਹੋਈ ਹੈ, ਨਦੀ ਉੱਤੋਂ ਲੰਘਿਆ ਪੁਲ ਦੇ ਉੱਤੋਂ, ਤੇ ਉਹਨੇ ਆਪਣੀ ਪਰਛਾਈ ਦੇਖ ਲਈ ਪਾਣੀ ਦੇ ਵਿੱਚ। ਉਹਨੇ ਸਮਝਿਆ ਦੂਜਾ ਕੁੱਤਾ ਹੈ ਤੇ ਉਹਦੇ 'ਤੇ ਭੌਂਕੜ ਕੇ ਮੈਂ ਉਹ ਵੀ ਰੋਟੀ ਖੋਹ ਲਵਾਂ, ਤੇ ਉਹਦੀ ਆਪਣੇ ਮੂੰਹ ਦੀ ਰੋਟੀ ਵੀ ਵਿੱਚ ਡਿੱਗ ਪਈ। ਇਹ ਲਾਲਚੀ ਕੁੱਤੇ ਦੀ ਕਹਾਣੀ ਸਾਨੂੰ ਮਾਂ ਨੇ ਸੁਣਾਈ ਸੀ ਬਚਪਨ 'ਚ। ਜੇ ਉਹਦੇ ਉੱਤੇ ਅਮਲ ਕਰੀਏ ਤਾਂ ਲਾਲਚ ਤੋਂ ਦੂਰ ਰਹਿ ਸਕਦੇ ਹਾਂ। ਸੋ ਸਾਡੇ ਕਾਲਰਾ ਸਾਹਿਬ ਨੇ ਤੁਹਾਨੂੰ ਬਿਲਕੁਲ ਐਗਜ਼ੈਕਟਲੀ ਦੱਸਿਆ ਕਿ ਲੀਗਲ ਤਰੀਕੇ ਨਾਲ ਗ੍ਰੀਨ ਮਨੀ, ਆਪਣੀ ਲੀਗਲ ਮਨੀ ਲੈ ਕੇ ਜਾਓ, ਰਿਲੈਕਸ ਰਹੋ, ਆਪ ਵੀ ਰਿਲੈਕਸ ਕਰੋ, ਫੈਮਿਲੀ ਵੀ ਰਿਲੈਕਸ ਰਵੇ। ਕਿਉਂਕਿ ਜੇ ਕਿਤੇ ED ਦਾ ਨੋਟਿਸ ਆ ਗਿਆ,
ਫੈਮਿਲੀ ਨੂੰ ਪਹਿਲਾਂ ਚੱਕਰ ਪੈ ਜਾਂਦਾ ਕਿ ਹੁਣ ਪਤਾ ਨਹੀਂ ਕੀ ਬਣੇਗਾ, ਬਸ, ਕਿਤੇ ਭਾਈ ਸਾਹਿਬ ਨੂੰ ਜੇਲ੍ਹ ਨਾ ਜਾਣਾ ਪੈ ਜਾਵੇ। ਸੋ ਇਸ ਕਰਕੇ ਹਮੇਸ਼ਾ ਲੀਗਲ ਮਨੀ। ਸੋ ਕਾਲਰ ਸਾਹਿਬ ਫਾਈਨਲ ਵਰਡਸ, ਫਿਰ ਆਪਾਂ ਸਮਾਪਤ ਕਰੀਏ। ਬਾਕੀ ਜੇ ਕਿਸੇ ਦੀ ਦੇਖੋ ਹਰ ਇੱਕ ਦੇ ਫੈਕਟਸ ਡਿਫਰੈਂਟ ਹੁੰਦੇ ਨੇ। ਜੇ ਕਿਸੇ ਨੂੰ ਫਰਜ਼ ਕਰ ਲਓ ਕੋਈ ਪਰਟੀਕੂਲਰ ਕੋਈ ਪ੍ਰੋਬਲਮ ਹੈ, ਉਹ ਬੇਸ਼ੱਕ ਕੋਈ ਕੁਐਰੀ ਦੀ ਸ਼ੇਪ 'ਚ ਬਣਾ ਕੇ ਮੈਨੂੰ ਤੁਸੀਂ ਭਿਜਵਾ ਦਿਓ, ਮੈਂ ਉਹਨੂੰ ਜਵਾਬ ਦਿਆਂਗਾ ਜੀ। ਔਰ ਬਿਲਕੁਲ ਲੀਗਲ ਤਰੀਕੇ ਨਾਲ ਅਮਾਊਂਟ ਆਰਾਮ ਨਾਲ ਬਾਹਰ ਜਾ ਸਕਦੀ ਹੈ, ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਹੈ। ਸੋ ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਇੰਟਰਵਿਊ, ਔਰ ਤੁਸੀਂ ਸਾਨੂੰ ਐਨਲਾਈਟਨ ਕੀਤਾ ਇਸ ਸਬਜੈਕਟ ਦੇ ਉੱਤੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ। ਔਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਆਪਣੀਆਂ ਕੁਐਰੀਜ਼ ਸਾਨੂੰ ਇਨਬਾਕਸ ਕਰੋ, ਔਰ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।